ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰਾ ਨਾਮ ਮਨਦੀਪ ਕੌਰ ਹੈ ਤੇ ਮੈਂ ਤੁਹਾਡਾ ਮੇਰੇ YouTube ਚੈਨਲ ਪਾਰਟ 2 ਸ਼ੋਰ ਸਕਸੈਸ ਤੇ ਸਵਾਗਤ ਕਰਦੀ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਪਣਾ ਜੋ GA ਵਾਲਾ ਜਨਰਲ ਅਵੇਅਰਨੈਸ ਦਾ ਟੌਪਿਕ ਹੈ ਉਸ ਦੇ ਵਿੱਚ ਜੋ ਨੈਕਸਟ ਇੰਪੋਰਟੈਂਟ ਕੁਐਸਚਨਸ ਨੇ ਜੋ ਕਿ ਆਪਣੀ ਇਕੋਨਮੀ ਦੇ ਨਾਲ ਰਿਲੇਟਡ ਨੇ ਉਹਨਾਂ ਨੂੰ ਕਵਰ ਕਰਾਂਗੇ। ਪਹਿਲੀਆਂ ਵੀਡੀਓਜ਼ ਦੇ ਵਿੱਚ ਆਪਾਂ ਜੋ ਪੋਲਿਟੀ ਦੇ ਨਾਲ ਰਿਲੇਟਡ ਕੁਐਸਚਨ ਸੀ ਉਹ ਕਵਰ ਕੀਤੇ ਸੀ ਤਾਂ ਹੁਣ ਆਪਾਂ ਜੀ ਇੱਕ ਕੁਐਸਚਨਸ ਨੇ ਕਵਰ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਇੰਗਲਿਸ਼ ਤੇ ਪੰਜਾਬੀ ਲੈਂਗੁਏਜ ਦਾ ਜੋ ਵੀ ਇੰਪੋਰਟੈਂਟ ਟੌਪਿਕ ਬਣਦਾ ਹੋਏਗਾ ਉਸ ਨੂੰ ਕਵਰ ਕਰਾਂਗੇ। ਤਾਂ ਇਸੇ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਤੇ ਜੋ ਆਪਣਾ ਮਟੀਰੀਅਲ ਹੈ ਲੋਕਾਂ ਤੱਕ ਫ੍ਰੀ ਆਫ ਕੋਸਟ ਜੋ ਬੱਚੇ ਨੇ ਮੇਨਲੀ ਐਂਟਰੈਂਸ ਐਗਜ਼ਾਮ ਦੀ ਜਾਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਤੱਕ ਪਹੁੰਚ ਸਕੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਸੋ ਜੀ ਆਪਾਂ ਸਟਾਰਟ ਕਰਦੇ ਹਾਂ ਫਸਟ ਕੁਐਸਚਨ ਤੋਂ। ਫਸਟ ਕੁਐਸਚਨ ਹੈ ਬੈਕਬੋਨ ਆਫ ਇੰਡੀਅਨ ਇਕੋਨਮੀ। ਜੋ ਆਪਣੀ ਇੰਡੀਅਨ ਇਕੋਨਮੀ ਹੈ ਭਾਰਤੀ ਦੀ ਜੋ ਇਕੋਨਮੀ ਹੈ ਆਰਥਿਕ ਸਥਿਤੀ ਹੈ ਉਸ ਦੀ ਮੇਨ ਬੈਕਬੋਨ ਕੀ ਹੈ, ਮਤਲਬ ਮੇਨ ਆਪਾਂ ਇੰਡੀਆ ਦੇ ਵਿੱਚ ਕੀ ਕਰਦੇ ਹਾਂ ਤਾਂ ਐਗਰੀਕਲਚਰ ਜੋ ਹੈ ਮੇਨ ਆਪਣੀ ਬੈਕਬੋਨ ਹੈ ਇੰਡੀਅਨ ਇਕੋਨਮੀ ਦੀ। ਬੇਸਿਕ ਕਰੈਕਟਰ ਆਫ ਇੰਡੀਅਨ ਇਕੋਨਮੀ, ਆਪਣੀ ਇੰਡੀਅਨ ਇਕੋਨਮੀ ਦੀ ਮੁੱਖ ਵਿਸ਼ੇਸ਼ਤਾ ਕੀ ਹੈ? ਇਹ ਹੈ ਜੀ ਮਿਕਸਡ, ਮਤਲਬ ਇਹ ਮਿਕਸ ਹੈ। ਇਸ ਵਿੱਚ ਜੋ ਇਕੋਨਮੀ ਹੈ ਇਹਦੇ 'ਚ ਪਬਲਿਕ ਸੈਕਟਰ ਵੀ ਹਨ ਅਤੇ ਪ੍ਰਾਈਵੇਟ ਸੈਕਟਰ ਵੀ ਹਨ। ਸੋ ਬੀ ਇਜ਼ ਦਾ ਰਾਈਟ ਆਨਸਰ। ਵਾਟ ਵਾਜ਼ ਰੀਪਲੇਸਡ ਬਾਈ ਪਲੈਨਿੰਗ ਕਮਿਸ਼ਨ। ਜੋ ਪਹਿਲਾਂ ਪਲੈਨਿੰਗ ਕਮਿਸ਼ਨ ਚੱਲਦਾ ਸੀ ਪਰ ਉਸ ਦੀ ਜਗ੍ਹਾ 'ਤੇ ਹੁਣ ਇੱਕ ਨਵੀਂ ਔਰਗਨਾਈਜੇਸ਼ਨ ਜਾਂ ਏਜੰਸੀ ਕੰਮ ਕਰਦੀ ਹੈ। ਕਿਹੜੀ ਏਜੰਸੀ ਹੈ ਜਿਸ ਨੇ ਪਲੈਨਿੰਗ ਕਮਿਸ਼ਨ ਦੀ ਜਗ੍ਹਾ ਲਈ ਹੈ? ਉਹ ਹੈ ਜੀ ਨੀਤੀ ਆਯੋਗ। ਅਤੇ ਇਸ ਨੇ ਕਦੋਂ ਰੀਪਲੇਸ ਕੀਤਾ ਸੀ ਜੋ ਪਲੈਨਿੰਗ ਕਮਿਸ਼ਨ ਹੈ ਉਸਨੂੰ 2014 ਦੇ ਵਿੱਚ। ਅਤੇ ਨੀਤੀ ਆਯੋਗ ਦੇ ਵਿੱਚ ਨੀਤੀ ਦੀ ਫੁੱਲ ਫੋਰਮ ਵੀ ਤੁਸੀਂ ਯਾਦ ਰੱਖਣੀ ਹੈ, ਕੀ ਹੈ ਜੀ? ਨੈਸ਼ਨਲ ਇੰਸਟੀਟਿਊਸ਼ਨ ਫॉर ਟਰਾਂਸਫਾਰਮਿੰਗ ਇੰਡੀਆ। ਨੀਤੀ ਦੀ ਫੁੱਲ ਫੋਰਮ ਹੈ ਨੈਸ਼ਨਲ ਇੰਸਟੀਟਿਊਸ਼ਨ ਫॉर ਟਰਾਂਸਫਾਰਮਿੰਗ ਇੰਡੀਆ। ਅਤੇ ਇਸ ਨੇ ਕਿਸ ਨੂੰ ਰੀਪਲੇਸ ਕੀਤਾ ਹੈ? ਪਲੈਨਿੰਗ ਕਮਿਸ਼ਨ ਨੂੰ। ਕਦੋਂ? 2014 ਦੇ ਵਿੱਚ। ਨੈਕਸਟ ਹੈ ਜੀ ਵੈਨ ਵਾਜ਼ ਦਾ ਨੀਤੀ ਆਯੋਗ ਇੰਟਰੋਡਿਊਸਡ। ਜੋ ਨੀਤੀ ਆਯੋਗ ਸੀ ਇਸ ਨੂੰ ਮੇਨ ਇੰਟਰੋਡਿਊਸ ਕਦੋਂ ਕੀਤਾ ਗਿਆ ਸੀ? ਤਾਂ ਇਸ ਨੂੰ ਇੰਟਰੋਡਿਊਸ ਕੀਤਾ ਗਿਆ ਸੀ ਜੀ 2015 ਦੇ ਵਿੱਚ। ਕਿੰਨੀ ਤਰੀਕ ਨੂੰ? 1 ਜਨਵਰੀ 2015 ਨੂੰ। ਨੈਕਸਟ ਹੈ ਜੀ ਹੂ ਇੰਟਰੋਡਿਊਸਡ 20 ਪੁਆਇੰਟ ਇਕਨੋਮਿਕ ਪ੍ਰੋਗਰਾਮ। ਜੋ 20 ਪੁਆਇੰਟ ਇਕਨੋਮਿਕ ਪ੍ਰੋਗਰਾਮ ਸੀ ਇਸ ਨੂੰ ਕਿਸ ਨੇ ਇੰਟਰੋਡਿਊਸ ਕੀਤਾ ਸੀ? ਇਹ ਕੀਤਾ ਗਿਆ ਸੀ ਜੀ ਇੰਦਰਾ ਗਾਂਧੀ ਦੁਆਰਾ। ਕਦੋਂ? 1975 ਦੇ ਵਿੱਚ। ਦਾ ਆਬਜੈਕਟ ਆਫ ਇਕਨੋਮਿਕ ਪਲੈਨਿੰਗ। ਜੋ ਇਕਨੋਮਿਕ ਪਲੈਨਿੰਗ ਹੈ ਉਹਦਾ ਮੁੱਖ ਆਬਜੈਕਟ ਕੀ ਹੈ? ਉਹ ਹੈ ਜੀ ਸੋਸ਼ਲ ਵੈਲਫੇਅਰ। ਜੋ ਸੋਸ਼ਲ ਵੈਲਫੇਅਰ ਹੈ ਸੁਸਾਇਟੀ ਦੀ ਵੈਲਫੇਅਰ ਹੈ ਉਸ ਦਾ ਮੇਨ ਜੋ ਹੈ ਕੰਮ ਹੈ। ਨੈਕਸਟ ਹੈ ਜੀ ਹੂ ਵਾਜ਼ ਦਾ ਫਸਟ ਚੇਅਰਮੈਨ ਆਫ ਦਾ ਨੀਤੀ ਆਯੋਗ। ਜੋ ਨੀਤੀ ਆਯੋਗ ਸੀ ਇਸ ਦਾ ਪਹਿਲਾ ਚੇਅਰਮੈਨ ਕੌਣ ਸੀ? ਇਹ ਸੀ ਜੀ ਨਰਿੰਦਰ ਮੋਦੀ, ਕਿਉਂਕਿ ਨੀਤੀ ਆਯੋਗ ਦਾ ਜੋ ਚੇਅਰਮੈਨ ਹੁੰਦਾ ਹੈ ਆਪਣਾ ਪ੍ਰਾਈਮ ਮਿਨਿਸਟਰ ਹੁੰਦਾ ਹੈ। ਅਤੇ ਕਦੋਂ ਸੀ ਜਿਹਦੀ ਫਸਟ ਚੇਅਰਮੈਨ ਕਦੋਂ ਬਣਿਆ ਸੀ? 8 ਫਰਵਰੀ 2015 ਦੇ ਵਿੱਚ। ਨੈਕਸਟ ਹੈ ਜੀ ਟਰਮ GDP ਸਟੈਂਡਸ ਫॉर। GDP ਦੀ ਫੁੱਲ ਫੋਰਮ ਕੀ ਹੈ? ਗ੍ਰੋਸ ਡੋਮੈਸਟਿਕ ਪ੍ਰੋਡਕਟ। ਸੀ ਇਜ਼ ਦਾ ਰਾਈਟ ਆਨਸਰ। The term GNP stands for gross national product. So D is the right answer. Reserve Bank of India has introduced a new benchmark. जो RBI है उसने एक नवी चीज़ इंट्रोड्यूस की है तो उसका की नेम है बेंचमार्क का? तो वो है जी बेस रेट। इन्होंने जो नवे इंट्रोड्यूस किए ने। इंडियाज़ ओल्डेस्ट स्टॉक एक्सचेंज। जो इंडिया की सारे ना पुरानी स्टॉक एक्सचेंज है कित्थे है जी? वो है मुंबई दे विच। सी इज़ द राइट आंसर। एट प्रेजेंट इंडिया नैशनल स्टॉक एक्सचेंज एट। हुण प्रेजेंट टाइम दे विच वर्तमान दे विच जो नैशनल स्टॉक एक्सचेंज है वो किहड़ी सिटी दे विच? वो है भी मुंबई दे विच ही है जी। सो इज़ द राइट आंसर। पंजाब है जा स्टॉक एक्सचेंज। पंजाब दी स्टॉक एक्सचेंज कित्थे है? वो है जी लुधियाना दे विच। डी इज़ द राइट आंसर। डेवलपमेंट मीनस इकनॉमिक ग्रोथ। जो डेवलपमेंट है मतलब होंगे इकनॉमिक ग्रोथ। इकनॉमिक ग्रोथ के नाल की है? सोशल चेंज। तो दो चीज़ों इंक्लूड करती है जी, एक है इकनॉमिक ग्रोथ प्लस सोशल चेंज। नैक्सट है जी वैन डज द न्यू बेंचमार्क ऑफ RBI केम इनटू फोर्स। RBI दे विच जो नवी बेंचमार्क आई सी कदों लागू किया गया? उसनूं वो किया गया सी जी 1 अप्रैल 2010। ਤਾਂ 2010 ਦੇ ਵਿੱਚ 1 ਅਪ੍ਰੈਲ 2010 ਨੂੰ ਜੋ RBI ਦੇ ਵਿੱਚ ਨਵਾਂ ਚੇਂਜ ਆਇਆ ਸੀ ਉਸ ਨੂੰ ਇੰਟਰੋਡਿਊਸ ਸੀ ਜੋ ਕੀਤਾ ਗਿਆ ਸੀ।
ਨੈਕਸਟ ਹੈ ਜੀ ਵਿਚ ਇਜ਼ ਮੋਰ ਇਫੈਕਟਿਵ ਟੂ ਕੰਟਰੋਲ ਪ੍ਰਾਈਸਿਸ। ਜਦੋਂ ਪ੍ਰਾਈਸਿਸ ਨੂੰ ਕੰਟਰੋਲ ਕਰਨਾ ਹੈ ਤਾਂ ਕਿਹੜੀ ਚੀਜ਼ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ? ਉਹ ਪੈਂਦਾ ਹੈ ਜੀ ਇਨਕਰੀਜ਼ ਇਨ ਪ੍ਰੋਡਕਸ਼ਨ ਦਾ। ਵਿਚ ਟੈਕਸ ਇਜ਼ ਲੇਡ ਐਂਡ ਕਲੈਕਟਡ ਬਾਈ ਦਾ ਯੂਨੀਅਨ ਬਟ ਹੋਲੀ ਸਾਨ ਟੂ ਸਟੇਟ। ਉਹ ਕਿਹੜਾ ਟੈਕਸ ਹੈ? ਇਕੱਠਾ ਤਾਂ ਉਹਨੂੰ ਯੂਨੀਅਨ ਕਰਦੀ ਹੈ ਪਰ ਦੇ ਉਹ ਸਾਰਾ ਸਟੇਟ ਨੂੰ ਦਿੱਤਾ ਜਾਂਦਾ ਹੈ, ਤਾਂ ਉਹ ਹੈ ਜੀ ਸਟੈਂਪ ਡਿਊਟੀਜ਼। ਰੈਵਨਿਊ ਰਸੀਟਸ ਆਫ ਦਾ ਇੰਡੀਅਨ ਗਵਰਨਮੈਂਟ ਡੂ ਨਾਟ ਇਨਕਲੂਡ। ਜੋ ਰੈਵਨਿਊ ਰਸੀਟਸ ਨੇ ਇੰਡੀਅਨ ਗਵਰਨਮੈਂਟ ਦੀਆਂ, ਉਹ 'ਚ ਇੱਕ ਚੀਜ਼ ਨਹੀਂ ਇਨਕਲੂਡ ਕੀਤੀ ਜਾਂਦੀ। ਕੀ ਨਹੀਂ ਕੀਤਾ ਜਾਂਦਾ? ਰੈਂਟ ਫਰੋਮ ਪ੍ਰੋਪਰਟੀ ਜੋ ਹੈ ਉਸ ਵਿੱਚ ਨਹੀਂ ਹੁੰਦਾ। ਸੋ ਇਜ਼ ਦਾ ਰਾਈਟ ਆਨਸਰ। ਹੂ ਇਜ਼ ਦਾ ਵਾਈਸ ਚੇਅਰਮੈਨ ਆਫ ਨੀਤੀ ਆਯੋਗ ਐਟ ਪ੍ਰੈਜੈਂਟ? ਐਟ ਪ੍ਰੈਜੈਂਟ ਦੀ ਆਪਾਂ ਗੱਲ ਕਰੀਏ ਤਾਂ ਜੀ ਐਟ ਪ੍ਰੈਜੈਂਟ ਹੁਣ ਦੇ ਟਾਈਮ ਵਿੱਚ ਸ਼੍ਰੀ ਸੁਮਨ ਬੈਰੀ ਇਹ ਜੋ ਨੇ ਇਹ ਵਾਈਸ ਚੇਅਰਮੈਨ ਨੇ ਨੀਤੀ ਆਯੋਗ ਦੇ। ਤੁਸੀਂ ਚੰਗੀ ਤਰ੍ਹਾਂ ਉਸਨੂੰ ਪੜ੍ਹ ਲੈਣਾ ਹੈ। ਨੈਕਸਟ ਹੈ ਜੀ ਹਾਊ ਮੈਨੀ ਕੋਆਪਰੇਟਿਵ ਬੈਂਕਸ ਇਨ ਇੰਡੀਆ folded up in the year 2009 depositor to invoke insurance guarantee to recover part of their loss। ਜੋ ਵੀ ਉਹਨਾਂ ਦੇ ਲੋਸ ਹੋਇਆ ਸੀ ਤਾਂ ਉਸ ਲਈ ਕਿੰਨੀਆਂ ਬੈਂਕਸ ਸੀ ਜੋ ਫੋਲਡ ਅਪ ਕੀਤੀਆਂ ਗਈਆਂ ਸੀ 2009 ਦੇ ਵਿੱਚ? ਤਾਂ ਉਹ ਸਨ ਜੀ 32। ਨੈਕਸਟ ਹੈ ਜੀ ਵਿਚ ਔਨਲਾਈਨ ਮਨੀ ਟ੍ਰਾਂਸਫਰ ਜੋ ਸਰਵਿਸ ਸੀ ਪ੍ਰੋਵਾਈਡਰ ਹੈਜ਼ ਬੀਨ ਆਸਕਡ ਬਾਈ RBI ਟੂ ਸਟੋਪ ਇਟਸ ਆਪਰੇਸ਼ਨ ਇਨ ਇੰਡੀਆ। ਇੰਡੀਆ ਦੇ ਵਿੱਚ ਕਿਹੜਾ ਇੱਕ ਜੋ ਮਨੀ ਟ੍ਰਾਂਸਫਰ ਵਾਲਾ ਜੋ ਸਰਵਿਸ ਪ੍ਰੋਵਾਈਡਰ ਹੈ ਉਸ ਨੂੰ ਜੋ ਹੈ ਸਟੋਪ ਕਰ ਦਿੱਤਾ ਗਿਆ ਹੈ, ਤਾਂ ਉਹ ਹੈ ਜੀ ਪੇਪਾਲ। C is the right answer. For which company the central government on 18 February approved the proposal of equity infusion of rate 800 crore in 2 equal monthly installments? ਤਾਂ ਉਹ ਕਿਹੜੀ ਕੰਪਨੀ ਦੇ ਵਿੱਚ ਨੇ ਲਾਇਆ ਹੈ ਜੀ? ਉਹ ਹੈ ਨੈਸ਼ਨਲ ਐਵੀਏਸ਼ਨ ਕੰਪਨੀ ਆਫ ਇੰਡੀਆ ਲਿਮਟਿਡ NACIL। ਕਿੰਨਾ ਪੈਸਾ ਲਗਾਇਆ ਗਿਆ ਹੈ ਜੀ? 800 ਕਰੋੜ। ਨੈਸ਼ਨਲ ਐਵੀਏਸ਼ਨ ਕੰਪਨੀ ਆਫ ਇੰਡੀਆ ਇਜ਼ ਦਾ ਹੋਲਡਿੰਗ ਕੰਪਨੀ। ਕਿੱਥੋਂ ਦੀ ਹੋਲਡਿੰਗ ਕੰਪਨੀ ਹੈ? ਏਅਰ ਇੰਡੀਆ ਦੀ ਕੰਪਨੀ ਹੈ। ਹੂ ਨੈਸ਼ਨਲਾਈਜ਼ਡ ਦਾ 14 ਬੈਂਕਸ ਇਨ 1969? 1969 ਦੇ ਵਿੱਚ 19 ਜੁਲਾਈ ਨੂੰ ਕਿਸ ਨੇ ਜੋ ਨੈਸ਼ਨਲਾਈਜ਼ਡ ਕੀਤਾ ਸੀ 14 ਬੈਂਕਸ ਨੂੰ? ਤਾਂ ਉਹ ਕੀਤਾ ਗਿਆ ਸੀ ਜੀ ਇੰਦਰਾ ਗਾਂਧੀ ਨੇ। ਹਾਊ ਮੈਨੀ ਬੈਂਕਸ ਵਰ ਨੈਸ਼ਨਲਾਈਜ਼ਡ ਇਨ 1980? ਤੇ 1980 ਦੇ ਵਿੱਚ ਕਿੰਨੀਆਂ ਬੈਂਕਾਂ ਨੂੰ ਨੈਸ਼ਨਲਾਈਜ਼ਡ ਕੀਤਾ ਗਿਆ ਸੀ? ਉਹ ਸੀ ਜੀ 6। ਹੂ ਇਜ਼ ਦਾ ਐਕਸ ਅਫੀਸ਼ੀਅਲ ਚੇਅਰਮੈਨ ਆਫ ਨੀਤੀ ਆਯੋਗ? ਕੌਣ ਹੁੰਦਾ ਹੈ ਜੀ ਨੀਤੀ ਆਯੋਗ ਦਾ ਐਕਸ ਅਫੀਸ਼ੀਅਲ ਚੇਅਰਮੈਨ? ਪ੍ਰਾਈਮ ਮਿਨਿਸਟਰ ਹੁੰਦਾ ਹੈ। ਤੇ ਕੌਣ ਹੈ ਆਪਣਾ ਪ੍ਰਾਈਮ ਮਿਨਿਸਟਰ? ਨਰਿੰਦਰ ਮੋਦੀ। ਨੈਕਸਟ ਹੈ ਜੀ ਐਟ ਪ੍ਰੈਜੈਂਟ ਦਾ ਟੋਟਲ ਨੰਬਰ ਆਫ ਨੈਸ਼ਨਲਾਈਜ਼ਡ ਬੈਂਕ। ਹੁਣ ਕਿੰਨੀਆਂ ਨੈਸ਼ਨਲਾਈਜ਼ਡ ਬੈਂਕ ਹਨ ਵਰਤਮਾਨ ਟਾਈਮ ਦੇ ਵਿੱਚ? ਤਾਂ ਉਹ ਹਨ ਜੀ 12। ਲਾਰਜੈਸਟ ਪਬਲਿਕ ਸੈਕਟਰ ਬੈਂਕ ਆਫ ਇੰਡੀਆ ਦਾ ਕਿਹੜਾ ਹੈ? ਉਹ ਹੈ ਜੀ SBI। SBI ਦੀ ਫੁੱਲ ਫਾਰਮ ਕੀ ਹੈ? ਸਟੇਟ ਬੈਂਕ ਆਫ ਇੰਡੀਆ। ਦ ਫਸਟ ਗੋਲਡ ਕੁਆਇਨਸ ਵਾਰ ਇੰਟਰੋਡਿਊਸਡ ਇੰਡੀਆ ਡਿਊਰਿੰਗ ਦਾ ਟਾਈਮ? ਕਿੰਨਾਂ ਦੇ ਟਾਈਮ ਜੋ ਕੁਆਇਨਸ ਨੇ ਇੰਟਰੋਡਿਊਸ ਕੀਤੇ ਗਏ ਸੀ? ਤਾਂ ਉਹ ਸੀ ਜੀ ਗੁਪਤਾ ਪੀਰੀਅਡ ਦੇ ਸਮੇਂ। ਰੂਪੀ ਆ ਸਿਲਵਰ ਕੁਆਨ ਜੋ ਰੂਪੀ ਸੀ ਸਿਲਵਰ ਸਿੱਕਾ ਸੀ ਵਾਜ਼ ਮਿੰਟਡ ਡਿਊਰਿੰਗ ਦਾ ਪੀਰੀਅਡ ਆਫ? ਕਿਸ ਦੇ ਟਾਈਮ ਬਣਨਾ ਸਟਾਰਟ ਹੋਇਆ ਸੀ? ਤੇ ਸੀ ਜੀ ਸ਼ੇਰਸ਼ਾਹ ਸੂਰੀ ਦੇ ਟਾਈਮ। ਕਿੰਨਾ ਟਾਈਮ ਪੀਰੀਅਡ ਸੀ ਜੀ? 1540 ਤੋਂ 1545 ਤੱਕ ਦਾ। ਨੈਕਸਟ ਹੈ ਜੀ ਇੰਡੀਆ ਹੈਜ਼ ਦਾ ਡੈਸ਼ ਲਾਰਜੈਸਟ ਏਰੀਆ ਪਲਾਂਟਡ ਅੰਡਰ ਜੈਨੇਟਿਕਲੀ ਮੋਡੀਫਾਈਡ ਕ੍ਰੋਪਸ। ਜੋ ਜੈਨੇਟਿਕਲੀ ਮੋਡੀਫਾਈਡ ਕ੍ਰੋਪਸ ਨੇ ਇਸ ਦੇ ਵਿੱਚ ਜੋ ਲਾਰਜੈਸਟ ਏਰੀਆ ਹੈ ਤਾਂ ਕਿੰਨਾ ਲਾਰਜੈਸਟ ਏਰੀਆ ਆਉਂਦਾ ਹੈ ਇੰਡੀਆ ਦਾ? ਉਹ ਹੈ ਜੀ 5th ਲਾਰਜੈਸਟ ਏਰੀਆ ਹੈ ਇੰਡੀਆ ਜੋ ਜੈਨੇਟਿਕਲੀ ਮੋਡੀਫਾਈਡ ਜੋ ਕ੍ਰੋਪਸ ਨੇ ਉਹ ਪਲਾਂਟ ਕੀਤੀਆਂ ਜਾਂਦੀਆਂ ਹਨ। ਨੈਕਸਟ ਹੈ ਜੀ ਜੋ ਪੇਪਰ ਕਰੰਸੀ ਹੈ ਇੰਡੀਆ ਦੇ ਵਿੱਚ ਉਹ ਕਦੋਂ ਇੰਟਰੋਡਿਊਸ ਕੀਤੀ ਗਈ ਸੀ ਬ੍ਰਿਟਿਸ਼ਸ ਦੇ ਦੁਆਰਾ? ਤਾਂ ਉਹ ਇੰਟਰੋਡਿਊਸ ਕੀਤੀ ਗਈ ਸੀ ਜੀ 1861 ਦੇ ਵਿੱਚ। ਅਤੇ ਉਸ ਟਾਈਮ ਕੌਣ ਸੀ? ਚਾਰਲਸ ਕੈਨਿੰਗ। ਚਾਰਲਸ ਕੈਨਿੰਗ ਦਾ ਟਾਈਮ ਸੀ ਜੀ ਉਸ ਟਾਈਮ 1861 ਦੇ ਵਿੱਚ ਜੋ ਪੇਪਰ ਕਰੰਸੀ ਹੈ ਇੰਟਰੋਡਿਊਸ ਕੀਤੀ ਗਈ ਸੀ। ਨੈਕਸਟ ਹੈ ਜੀ ਵੈਨ ਵਾਜ਼ ਦਾ ਕਰੰਸੀ ਨੋਟ ਆਫ ਰੇਟ 500 ਇਸ਼ੂ? ਸਭ ਤੋਂ ਪਹਿਲਾਂ ਜੀ ਜੋ ਨੋਟ ਸੀ ਇਹ 1987 ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ। ਤਾਂ ਫਿਰ ਆਪਾਂ ਨੂੰ ਪਤਾ ਹੈ ਜੀ ਫਿਰ ਬੰਦ ਹੋ ਗਿਆ ਸੀ, ਪਰ ਹੁਣ 8 ਨਵੰਬਰ 2016 ਤੋਂ ਕਈ ਜਗ੍ਹਾ 10 ਨਵੰਬਰ ਵੀ ਲਿਖਿਆ ਜਾਂਦਾ ਹੈ। 10 ਨਵੰਬਰ 2016 ਤੋਂ ਫਿਰ ਜੋ ਨੋਟ ਹੈ ਇਹ ਮਹਾਤਮਾ ਗਾਂਧੀ ਦੀ ਸੀਰੀਜ਼ ਦੇ ਅਕੋਰਡਿੰਗ ਫਿਰ ਸ਼ੁਰੂ ਹੈ ਜੋ ਕਰ ਦਿੱਤਾ ਗਿਆ ਹੈ। ਤਾਂ ਇੱਥੇ ਆਪਣਾ ਆਨਸਰ 1987 ਬਣੇਗਾ ਕਿਉਂਕਿ ਫਸਟ ਟਾਈਮ 1987 ਦੇ ਵਿੱਚ ਇਸ਼ੂ ਕੀਤਾ ਗਿਆ ਸੀ। ਹਾਊ ਮੈਨੀ ਸਟੇਟਸ ਆਰ ਅਪੋਜ਼ ਟੂ BT ਬ੍ਰਿੰਜ਼ਲ? ਜੋ BT ਬ੍ਰਿੰਜ਼ਲ ਹੈ ਕਰੋਪ ਆਪਾਂ ਫਸਲ ਕਹਿੰਦੇ ਹਾਂ, ਇਸ ਦੇ ਅਕੋਰਡਿੰਗ ਕਿ ਇਸ ਦੇ ਜੋ ਵਿਰੋਧ ਵਿੱਚ ਕਿੰਨੀਆਂ ਸਟੇਟਸ ਹਨ? ਤਾਂ ਇਹ 3 ਸਟੇਟਸ ਹਨ ਜੀ ਉਸਦਾ ਵਿਰੋਧ ਕਰ ਰਹੀਆਂ ਨੇ। ਕਿਹੜੀਆਂ ਨੇ? ਉੜੀਸਾ, ਬਿਹਾਰ ਅਤੇ ਵੈਸਟ ਬੰਗਾਲ।
ਇਹ 3 ਨੇ ਜੋ ਓਪੋਜੀਸ਼ਨਲੀ ਸਟੇਟਸ ਨੇ ਇਸ ਦੀਆਂ। ਨੈਕਸਟ ਹੈ ਜੀ ਵੈਨ ਵਾਜ਼ ਦਾ ਕਰੰਸੀ ਨੋਟ ਆਫ ਰੇਟ 1000 ਇਸ਼ੂਡ। 1000 ਦਾ ਨੋਟ ਕਦੋਂ ਇਸ਼ੂ ਕੀਤਾ ਗਿਆ ਸੀ? 2000 ਦੇ ਵਿੱਚ। ਤੇ ਇਹਨੂੰ ਕਦੋਂ ਬੰਦ ਕਰ ਦਿੱਤਾ ਗਿਆ ਜੀ? 2016 ਦੇ ਵਿੱਚ। ਨੈਕਸਟ ਹੈ ਜੀ ਹੁਣ ਆਪਾਂ ਨੂੰ ਰੀਸੈਂਟਲੀ ਕੁਐਸਚਨ ਵੀ ਆ ਸਕਦਾ ਹੈ ਕਿ ਉਹ ਕਿਹੜਾ ਨੋਟ ਹੈ ਜਿਸ ਨੂੰ ਸਪਟੈਂਬਰ ਦੇ ਵਿੱਚ ਕਹਿ ਰਹੇ ਨੇ ਬੰਦ ਕਰ ਦਿੱਤਾ ਜਾਵੇਗਾ, ਤਾਂ ਉਹ ਹੈ ਜੀ 2000 ਦਾ। ਇਹ ਵੀ ਤੁਸੀਂ ਧਿਆਨ 'ਚ ਰੱਖਣਾ ਹੈ। ਨੈਕਸਟ ਹੈ ਜੀ ਵਿਚ ਕੰਟਰੀ ਟੌਪਡ ਇਨ ਗੋਲਡ ਕੰਜੰਪਸ਼ਨ ਇਨ ਦਾ ਈਅਰ 2010। 2010 ਦੇ ਵਿੱਚ ਕਿਹੜੀ ਕੰਟਰੀ ਗੋਲਡ ਕੰਜੰਪਸ਼ਨ ਦੇ ਲਈ ਜ਼ਿਆਦਾ ਜੋ ਸੀ ਟੌਪ 'ਤੇ ਸੀ? ਤਾਂ ਉਸ ਟਾਈਮ ਸੀ ਜੀ ਇੰਡੀਆ ਅਤੇ ਚਾਈਨਾ। ਪਰ ਜੇ ਹੁਣ ਆਪਾਂ ਪ੍ਰੈਜ਼ੈਂਟ ਟਾਈਮ ਦੀ ਗੱਲ ਕਰੀਏ ਤਾਂ ਉਹ ਹੈ ਜੀ USA। ਇੰਡੀਆ ਲੌਂਚਡ ਡੈਸ਼ ਐਟ ਇਟਸ ਫਸਟ ਜੈਨੇਟਿਕਲੀ ਮੋਡੀਫਾਈਡ ਕਰੋਪ। ਕਿਹੜੀ ਫਸਟ ਜੈਨੇਟਿਕਲੀ ਮੋਡੀਫਾਈਡ ਕਰੋਪ ਹੈ ਜੋ ਇੰਡੀਆ ਲਾਂਚ ਕੀਤੀ ਹੈ? ਉਹ ਸੀ ਜੀ BT ਬ੍ਰਿੰਜਲ। ਇਹਨਾਂ ਨੀਤੀ ਆਯੋਗ, ਨੀਤੀ ਦੀ ਫੁੱਲ ਫਾਰਮ ਕੀ ਹੈ? ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਜੀ, ਨੈਸ਼ਨਲ ਇੰਸਟੀਟਿਊਸ਼ਨ ਫॉर ਟਰਾਂਸਫਾਰਮਿੰਗ ਇੰਡੀਆ। ਬੀ ਇਜ਼ ਦਾ ਰਾਈਟ ਆਂਸਰ। In 1993 ਨਿਊ ਬੈਂਕ ਆਫ ਇੰਡੀਆ ਵਾਜ਼ ਮਰਜਡ ਵਿਦ। ਨਿਊ ਬੈਂਕ ਆਫ ਇੰਡੀਆ ਕਿਹਦੇ ਨਾਲ ਮਰਜ ਹੋਈ ਸੀ? PNB ਨਾਲ, ਪੰਜਾਬ ਨੈਸ਼ਨਲ ਬੈਂਕ ਨਾਲ। 4 ਗਵਰਨਮੈਂਟ ਮਿੰਟਸ ਆਰ ਐਟ। ਮਿੰਟਸ ਕੀ ਹੁੰਦੇ ਆ ਜੀ? ਜਿੱਥੇ ਸਿੱਕੇ ਵਗੈਰਾ ਬਣਦੇ ਨੇ ਉਹ ਕਿੱਥੇ ਕਿੱਥੇ ਨੇ ਇੰਡੀਆ ਦੇ? ਉਹ ਹੈਗੇ ਨੇ ਇੱਕ ਮੁੰਬਈ ਦੇ ਵਿੱਚ, ਕੋਲਕਾਤਾ ਦੇ ਵਿੱਚ, ਹੈਦਰਾਬਾਦ ਦੇ ਵਿੱਚ ਅਤੇ ਨੋਇਡਾ ਦੇ ਵਿੱਚ, ਜਿੱਥੇ ਮਿੰਟਸ ਬਣਦੇ ਨੇ। ਇਨ ਦਾ ਯੂਨੀਅਨ ਬਜਟ 2016-17 which tax have to be rolled back under the pressure of the opposition and trade unions। ਤਾਂ ਉਸ ਟਾਈਮ ਸੀ ਜੀ ਟੈਕਸ ਔਨ ਦਾ ਇੰਟਰਸਟ ਆਫ EPF। ਇੱਕ ਵੀਡੀਓ ਦੇ ਵਿੱਚ, ਸ਼ਾਰਟ ਵੀਡੀਓ ਦੇ ਵਿੱਚ ਆਪਾਂ ਜੋ ਆਪਣਾ ਯੂਨੀਅਨ ਦਾ ਬਜਟ ਹੈ 2023-24 ਵਾਲਾ, ਉਸ ਨੂੰ ਆਪਾਂ ਕੁਇੱਕ ਰਿਵੀਜ਼ਨ ਕਰਾਂਗੇ ਤਾਂ ਕਿ ਜੋ ਵੀ ਮੇਨ ਪੁਆਇੰਟਸ ਨੇ ਉਹ ਤੁਹਾਨੂੰ ਪਤਾ ਲੱਗ ਜਾਣ। ਨੈਕਸਟ ਹੈ ਜੀ ਵੇਅਰ ਇਜ਼ ਸਿਕਿਉਰਿਟੀ ਪੇਪਰ ਮਿਲ ਲੋਕੇਟਡ। ਜੋ ਸਿਕਿਉਰਿਟੀ ਪੇਪਰ ਮਿਲ ਹੈ ਕਿੱਥੇ ਲੋਕੇਟਡ ਹੈ? ਇਹ ਹੈ ਜੀ ਹੋਸ਼ੰਗਾਬਾਦ ਦੇ ਵਿੱਚ। ਹੋਸ਼ੰਗਾਬਾਦ ਦੇ ਵਿੱਚ ਹੈ। ਇਹ ਕਿੱਥੇ ਹੈ? ਮੱਧ ਪ੍ਰਦੇਸ਼ ਦੇ ਵਿੱਚ। ਅਤੇ ਕਦੋਂ ਇਹ ਮਿਲ ਸੀ ਜੋ ਬਣਾਈ ਗਈ ਸੀ? 1968 ਦੇ ਵਿੱਚ। ਉਸ ਟਾਈਮ ਕੌਣ ਸੀ ਜੀ? ਮੁਰਾਰਜੀ ਦੇਸਾਈ ਸਨ। ਨੈਕਸਟ ਹੈ ਜੀ ਨੰਬਰ ਆਫ ਸਟਾਕ ਐਕਸਚੇਂਜ ਇਨ ਇੰਡੀਆ। ਸਟਾਕ ਐਕਸਚੇਂਜ ਨੰਬਰ ਇੰਡੀਆ ਦੇ ਵਿੱਚ ਕਿੰਨੀਆਂ ਨੇ ਟੋਟਲ, ਆਪਾਂ ਉਹ ਦੱਸਣੀਆਂ। ਤਾਂ ਉਹ ਹਨ ਜੀ 6। ਵਾਟ ਇਜ਼ ਦਾ ਫੁੱਲ ਫਾਰਮ ਆਫ ਟਰਮ FDI ਦੀ ਫੁੱਲ ਫਾਰਮ ਦੱਸਣੀ ਹੈ। ਉਹ ਹੈ ਜੀ ਫੋਰਨ ਡਾਇਰੈਕਟ ਇਨਵੈਸਟਮੈਂਟ। ਇਹ ਇਜ਼ ਦਾ ਰਾਈਟ ਆਂਸਰ। ਦ ਗਵਰਨਿੰਗ ਕਾਊਂਸਲ ਆਫ ਨੀਤੀ ਆਯੋਗ ਕੰਪਰਾਈਜ਼ਸ ਆਫ। ਕਿੰਨਾਂ ਨੂੰ ਮਿਲਾ ਕੇ ਬਣਦੀ ਹੈ? ਇਹ ਬਣਦੀ ਹੈ ਜੀ ਸਟੇਟਸ ਦੇ CM, UT ਦੇ CM ਅਤੇ ਲੈਫਟੀਨੈਂਟ ਗਵਰਨਰ ਨੇ ਜੋ UT ਦੇ। ਇਹਨਾਂ ਸਾਰਿਆਂ ਨੂੰ ਮਿਲਾ ਕੇ ਨੀਤੀ ਆਯੋਗ ਜੋ ਬਣਦਾ ਹੈ। ਵੇਅਰ ਵਿਲ ਬੀ ਦਾ APEC ਸਮਿਟ 2016 ਟੇਕ ਪਲੇਸ। 2016 ਦਾ ਕਿੱਥੇ ਹੋਇਆ ਸੀ ਜੀ? ਪੇਰੂ ਦੇ ਵਿੱਚ। ਐਟ ਪ੍ਰੈਜ਼ੈਂਟ ਇੰਡੀਆ ਇਜ਼ ਪਾਸਿੰਗ ਥਰੂ। ਹੁਣ ਕਿਹੜਾ 5 ਈਅਰ ਪਲਾਨ ਚੱਲ ਰਿਹਾ ਹੈ? ਤਾਂ ਹੁਣ ਕੋਈ ਵੀ 5 ਈਅਰ ਪਲਾਨ ਨਹੀਂ ਚੱਲ ਰਿਹਾ ਹੈ ਜੀ, ਕਿਉਂਕਿ ਜੋ ਲਾਸਟ 5 ਈਅਰ ਪਲਾਨ ਸੀ ਉਹ 2012 ਤੋਂ 17 ਸੀ। 12ਵਾਂ ਲਾਸਟ 5 ਈਅਰ ਪਲਾਨ ਸੀ। ਹੁਣ ਇਹ ਜੋ ਪਲਾਨ ਵਾਲੀ ਸਕੀਮ ਹੈ ਇਸ ਨੂੰ ਬੰਦ ਕਰ ਦਿੱਤਾ ਗਿਆ। ਅਤੇ ਐਟ ਪ੍ਰੈਜ਼ੈਂਟ ਕੋਈ ਵੀ 5 ਈਅਰ ਪਲਾਨ ਹੈ ਜੋ ਨਹੀਂ ਹੈ। ਵਾਟ ਇਜ਼ ਦਾ, ਤੇ ਜੇ ਆਪਾਂ ਪੁੱਛ ਰਹੇ ਲਾਸਟ ਕਿਹੜਾ ਸੀ? ਲਾਸਟ ਸੀ 2012 ਤੋਂ 2017 ਵਾਲਾ। ਵਾਟ ਇਜ਼ ਦਾ ਫੁੱਲ ਫਾਰਮ ਆਫ FCCB? ਇਸ ਦੀ ਫੁੱਲ ਫਾਰਮ ਹੈ ਜੀ ਫੋਰਨ ਕਰੰਸੀ ਕਨਵਰਟੇਬਲ ਬੌਂਡ। APEC ਦੀ ਫੁੱਲ ਫਾਰਮ ਹੈ ਜੀ ਏਸ਼ੀਆ ਪੈਸੀਫਿਕ ਇਕਨੋਮਿਕ ਕੋਪਰੇਸ਼ਨ। ਵੇਅਰ ਵਾਜ਼ ਦਾ APEC 2015 ਹੈਲਡ। 2015 ਦਾ ਕਿੱਥੇ ਸੀ ਜੀ? ਫਿਲੀਪਾਈਨਸ ਦੇ ਵਿੱਚ। ਵਿੱਚ ਅਮੰਗ ਦਾ ਫਲੋਇੰਗ ਕੰਪਨੀਜ਼। ਅਤੇ ਹੁਣ ਜੇ ਆਪਾਂ ਨੂੰ ਪੁੱਛ ਲੈਣ ਵੀ ਹੁਣ ਜੋ APEC ਦੇ ਹੋਵੇਗੀ ਉਹ ਕਿੱਥੇ ਹੈਲਡ ਹੋਵੇਗਾ, ਇੱਥੇ ਇਸ ਦਾ ਜੋ ਹੋਵੇਗਾ, ਤਾਂ ਹੁਣ ਜੋ ਹੋਵੇਗਾ ਜੀ APEC ਇਹ ਹੋਵੇਗੀ ਸੈਨ ਫ੍ਰਾਂਸਿਸਕੋ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ, ਜੋ 14 ਤੋਂ 16 ਨਵੰਬਰ ਤੱਕ APEC ਦੀ ਜੋ ਕਾਨਫਰੰਸ ਵਗੈਰਾ ਜੋ ਮੀਟਿੰਗ ਹੁੰਦੀ ਹੈ ਉੱਥੇ ਹੋਵੇਗੀ। ਫੁੱਲ ਫਾਰਮ ਇਸ ਦੀ ਤੁਸੀਂ ਯਾਦ ਰੱਖਣੀ ਜੀ ਏਸ਼ੀਆ ਪੈਸੀਫਿਕ ਇਕਨੋਮਿਕ ਕੋਪਰੇਸ਼ਨ, ਸੈਨ ਫ੍ਰਾਂਸਿਸਕੋ ਦੇ ਵਿੱਚ। ਨੈਕਸਟ ਹੈ ਜੀ ਵਿਚ ਅਮੰਗ ਦਾ ਫੋਲੋਇੰਗ ਕੰਪਨੀਜ਼ ਹੈਜ਼ ਅਨਾਊਂਸਡ ਦਾ ਐਕੁਇਜੀਸ਼ਨ ਆਫ ਸੈਂਪਥੀ ਮਾਰਕੀਟਿੰਗ ਸੋਲਿਊਸ਼ਨ। ਸੈਂਪਥੀ ਮਾਰਕੀਟਿੰਗ ਸੋਲਿਊਸ਼ਨ ਦੀ ਗੱਲ ਕਿਹਨਾਂ ਨੇ ਕੀਤੀ ਹੈ? ਉਹ ਕੀਤੀ ਹੈ ਜੀ ਜਨ ਪੈਕਟ ਲਿਮਟਿਡ ਨੇ। ਨੈਕਸਟ ਹੈ ਜੀ ਵਿਚ ਅਮੰਗ ਦਾ ਫਲੋਇੰਗ ਸਟੇਟਸ UT ਹੈਜ਼ ਮੋਰ ਦੈਨ 50% ਟਰਾਈਬਲ ਪੋਪੂਲੇਸ਼ਨ ਆਫ ਦਾ ਟੋਟਲ ਪੋਪੂਲੇਸ਼ਨ। ਟੋਟਲ ਪੋਪੂਲੇਸ਼ਨ ਜੋ ਹੈ 50% ਟਰਾਈਬਲ ਪੋਪੂਲੇਸ਼ਨ ਹੈ ਉਸ ਵਿੱਚੋਂ। ਤਾਂ ਕਿਹੜੀ ਕਿੱਥੋਂ ਦੀ ਸਟੇਟ ਜਾਂ UT ਹੈ? ਉਹ ਹੈ ਜੀ ਦਾਦਰਾ ਐਂਡ ਨਗਰ ਹਵੇਲੀ ਦੀ, ਨਾਗਰ ਹਵੇਲੀ ਦੀ ਜੋ B। ਫਸਟ ਇਕਨੋਮਿਕ
ਸੈਕਟਰੀ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ ਦਾ ਕੌਣ ਸੀ? ਫਸਟ ਸੀ ਜੀ ਡਾਕਟਰ IG ਪਟੇਲ। ਤੇ ਹੁਣ ਕੌਣ ਹੈ? ਹੁਣ ਦੇ ਟਾਈਮ ਵਿੱਚ ਪ੍ਰੈਜ਼ੈਂਟ ਦੀ ਆਪਾਂ ਗੱਲ ਕਰੀਏ ਤਾਂ ਉਹ ਹੈ ਜੀ ਅਜੇ ਸੇਠ। ਨੈਕਸਟ ਹੈ ਜੀ ਟੈਕਸ ਇੰਪੋਜ਼ਡ ਟੂ ਅਟੇਨ ਐਡੀਸ਼ਨਲ ਰਿਵਿਊ। ਐਡੀਸ਼ਨਲ ਜੋ ਰੈਵਨਿਊ ਹੈ ਇਸ ਦੇ ਲਈ ਜੋ ਟੈਕਸ ਇੰਪੋਜ਼ ਕੀਤਾ ਜਾਂਦਾ ਹੈ ਉਹ ਕਿਹੜਾ ਹੁੰਦਾ? ਉਹ ਹੁੰਦਾ ਜੀ ਸਰਚਾਰਜ, ਜੋ ਐਡੀਸ਼ਨਲ ਰੈਵਨਿਊ ਵਗੈਰਾ ਲਈ ਹੁੰਦਾ ਹੈ। ਨੈਕਸਟ ਹੈ ਜੀ ਜੋ ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰਸ ਹੈ ਹੈਜ਼ ਫਿਕਸਡ ਡੈਸ਼ ਪਰ ਕੁਇੰਟਲ ਐਜ਼ ਅ ਮਿਨੀਮਮ ਸਟੇਟ ਪ੍ਰਾਈਸ ਫॉर ਤੋਰੀਆ। ਤੋਰੀਆ ਲਈ 2015-16 ਦੇ ਵਿੱਚ ਕਿੰਨਾ ਸੀ ਜੀ? ਤਾਂ ਉਹ ਸੀ 1750। ਪਰ ਹੁਣ ਦੇ ਟਾਈਮ ਵਿੱਚ ਕਿੰਨਾ ਹੈ? ਹੁਣ ਦੇ ਟਾਈਮ ਵਿੱਚ 2015 ਜੋ ਹੈ ਉਹ ਪ੍ਰਾਈਸ ਸੈੱਟ ਕੀਤਾ ਗਿਆ ਹੈ। ਨੈਕਸਟ ਹੈ ਜੀ ਟਰਮ ਗੋਲਡ ਸਟੈਂਡਰਡ। ਗੋਲਡ ਸਟੈਂਡਰਡ ਦਾ ਕੀ ਅਰਥ ਹੁੰਦਾ ਹੈ? ਇਸ ਦਾ ਅਰਥ ਹੁੰਦਾ ਹੈ ਜੋ ਸਟੈਂਡਰਡ ਗੋਲਡ ਹੁੰਦਾ ਹੈ, ਇਸ ਨੂੰ ਆਪਾਂ ਗੋਲਡ ਸਟੈਂਡਰਡ ਕਹਿੰਦੇ ਹਾਂ। ਨੈਕਸਟ ਹੈ ਜੀ ਗ੍ਰੀਨ ਰੈਵੋਲਿਊਸ਼ਨ ਕਿਸ ਚੀਜ਼ ਨੂੰ ਰੈਫਰ ਕਰਦੀ ਹੈ? ਉਹ ਰੈਫਰ ਕਰਦੀ ਹੈ ਜੀ ਵੀਟ ਨੂੰ। ਵਾਈਟ ਰੈਵੋਲਿਊਸ਼ਨ ਕਿਸ ਚੀਜ਼ ਨੂੰ? ਉਹ ਕਰਦੀ ਹੈ ਜੀ ਮਿਲਕ ਨੂੰ। ਨੈਕਸਟ ਹੈ ਜੀ ਵਿਚ ਆਫ ਦੀਜ਼ ਇਜ਼ ਨਾਟ ਇਨ ਦ ਲਿਸਟ ਆਫ ਸੈਂਟਰਲ ਗਵਰਨਮੈਂਟ ਟੈਕਸ। ਜੋ ਸੈਂਟਰਲ ਗਵਰਨਮੈਂਟ ਦਾ ਟੈਕਸ ਹੁੰਦਾ ਹੈ ਉਸ ਦੇ ਵਿੱਚ ਕਿਹੜੀ ਚੀਜ਼ ਨਹੀਂ ਹੁੰਦੀ ਲਿਸਟ ਦੇ ਵਿੱਚ? ਹੈ ਲੈਂਡ ਰੈਵਨਿਊ। ਵਟ ਵਾਜ਼ ਦ ਥੀਮ ਆਫ APEC ਸਮਿਟ 2015? ਜੋ 2015 ਦੇ ਵਿੱਚ ਹੋਇਆ ਸੀ ਉਹਦਾ ਮੇਨ ਥੀਮ ਕੀ ਸੀ? ਉਸ ਟਾਈਮ ਸੀ ਜੀ ਬਿਲਡਿੰਗ ਇਨਕਲੂਸਿਵ ਇਕਨੋਮਿਕ ਬਿਲਡਿੰਗ ਅ ਬੈਟਰ ਵਰਲਡ। ਪਰ ਹੁਣ ਦੀ ਜੋ ਹੋਵੇਗੀ ਉਸਦਾ ਕੀ ਹੈ ਜੀ? ਕ੍ਰੀਏਟਿੰਗ ਇਕਨੋਮਿਕ ਓਪਰਚੁਨਿਟੀ, ਇਹ ਉਸਦੀ ਮੇਨ ਥੀਮ ਹੋਵੇਗੀ। ਵੈਨ ਵਾਜ਼ ਦਾ ਕੈਂਪੇਨ ਸਵੱਛ ਭਾਰਤ ਅਭਿਆਨ ਲਾਂਚਡ? ਕਦੋਂ ਕੀਤਾ ਗਿਆ ਸੀ? 2 ਅਕਤੂਬਰ 2014 'ਚ। ਕਿਸ ਨੇ ਕੀਤਾ ਸੀ? ਮੋਦੀ ਦੁਆਰਾ। ਸਟੇਟ ਦੈਟ ਪ੍ਰੋਡਿਊਸ ਮੈਕਸੀਮਮ ਜੂਟ। ਮੈਕਸੀਮਮ ਜੂਟ ਕਿਹੜੀ ਸਟੇਟ ਪ੍ਰੋਡਿਊਸ ਕਰਦੀ ਹੈ ਜੀ? ਵੈਸਟ ਬੰਗਾਲ। ਸਟੇਟ ਜਿਹੜੀ ਰਿਚੈਸਟ ਹੈ ਪਲਸਸ ਦੇ ਵਿੱਚ ਤਾਂ ਉਹ ਕਿਹੜੀ ਹੈ ਜੀ? 2022 ਦੇ ਅਕੋਰਡਿੰਗ ਰਾਜਸਥਾਨ। ਜੋ ਇਨਕਮ ਟੈਕਸ ਹੈ ਕੀ ਹੈ? ਡਾਇਰੈਕਟ ਟੈਕਸ ਹੈ। ਯੈਸ। ਵਿਦ ਵਿਚ ਕੰਟਰੀ ਹੈਜ਼ ਇੰਡੀਆ ਨੇ ਜੋ ਸਾਈਨ ਕੀਤਾ ਹੈ ਬਾਇਲੈਟਰਲ ਇਨਵੈਸਟਮੈਂਟ ਪ੍ਰਮੋਸ਼ਨ ਐਂਡ ਪ੍ਰੋਟੈਕਸ਼ਨ ਅਗਰੀਮੈਂਟ, ਤਾਂ ਕਿਹੜੀ ਕੰਟਰੀ ਦੇ ਨਾਲ ਕੀਤਾ ਹੈ ਜੀ? ਜਰਮਨੀ ਨਾਲ। ਮੈਕਸੀਮਮ ਪੀਪਲ ਬਿਲੋ ਪੋਵਰਟੀ ਲਾਈਨ ਆਰ ਕਿੱਥੇ ਰਹਿੰਦੇ ਨੇ ਜੀ? ਬਿਹਾਰ ਦੇ ਵਿੱਚ। WPI ਦੀ ਫੁੱਲ ਫਾਰਮ ਹੈ ਹੋਲਸੇਲ ਪ੍ਰਾਈਸ ਇੰਡੈਕਸ। ਅਕੋਰਡਿੰਗ ਟੂ ਵਰਲਡ ਬੈਂਕ ਇੰਡੀਆਜ਼ ਇਕੋਨਮੀ ਵਿਲ ਗਰੋ ਬਾਈ ਇਨ 2016-17 ਕਿੰਨੀ ਸੀ ਜੀ? 7.9%। ਪਰ ਰੀਸੈਂਟਲੀ ਆਪਾਂ ਗੱਲ ਕਰੀਏ ਤਾਂ ਕਿੰਨੀ ਗਰੋ ਕਰ ਰਹੀ ਹੈ ਜੀ? ਹੁਣ ਘਟ ਕੇ 6.3% ਹੈ ਜੋ ਰਹਿ ਗਈ ਹੈ। ਨੈਕਸਟ ਹੈ ਜੀ ਬਜਟ ਵਾਲਾ, ਆਪਾਂ ਜੋ ਨਿਊ ਬਜਟ ਆਇਆ ਹੈ ਉਸ ਦੇ ਅਕੋਰਡਿੰਗ ਕਰਾਂਗੇ। ਵਿਚ ਆਫ ਦ ਫਲੋਇੰਗ ਇਜ਼ ਨਾਟ ਅ ਪਬਲਿਕ ਸੈਕਟਰ ਬੈਂਕ? ਇਹਨਾਂ ਵਿੱਚੋਂ ਕਿਹੜੀ ਪਬਲਿਕ ਸੈਕਟਰ ਬੈਂਕ ਨਹੀਂ ਹੈ? ਉਹ ਹੈ ਜੀ HSBC, ਕਿਉਂਕਿ ਇੰਟਰਨੈਸ਼ਨਲ ਬੈਂਕ ਹੈ। ਇਨ ਪੋਪੂਲੇਸ਼ਨ ਇੰਡੀਆ ਦਾ ਰੈਂਕ ਕਿੰਨਾ ਹੈ ਵਰਲਡ ਦੇ ਵਿੱਚ? ਹੁਣ ਜੀ ਫਸਟ ਰੈਂਕ ਹੋ ਗਿਆ ਹੈ, ਸਾਰਿਆਂ ਨਾਲੋਂ ਜ਼ਿਆਦਾ ਆਬਾਦੀ ਇੰਡੀਆ ਦੀ ਹੀ ਹੈ। ਹਾਊ ਮਚ ਪੋਪੂਲੇਸ਼ਨ ਆਫ ਦਾ ਵਰਲਡ ਹੈਜ਼ ਇੰਡੀਆ? ਕਿੰਨੀ ਪੋਪੂਲੇਸ਼ਨ ਹੈ ਇੰਡੀਆ ਦੀ? 17.5%। ਇਨ ਇੰਡੀਆ ਲਾਰਜ ਸਕੇਲ ਇੰਡਸਟਰੀਜ਼ ਕੀ ਕਵਰ ਕਰਦੀਆਂ ਨੇ? ਲਾਰਜ ਸਕੇਲ ਇੰਡਸਟਰੀ ਇੰਡੀਆ ਦੇ ਵਿੱਚ ਕਾਹਦੇ 'ਚ ਨੇ? ਇਹ ਸਾਰੇ ਵਿੱਚ ਨੇ ਜੀ, ਜੂਟ ਦੇ ਵਿੱਚ, ਕਾਟਨ ਦੇ ਵਿੱਚ, ਸ਼ੂਗਰ, ਸਟੀਲ, ਟੈਕਸਟਾਈਲ ਦੇ ਵਿੱਚ। ਸੋ ਇਹ ਵਿਲ ਬੀ ਦਾ ਰਾਈਟ ਆਨਸਰ। ਮਿਨੀਮਮ ਏਜ ਫॉर ਇੰਪਲੋਇਮੈਂਟ ਇਨ ਫੈਕਟਰੀ ਦੇ ਵਿੱਚ ਕੰਮ ਕਰਨਾ ਹੈ ਤਾਂ ਘੱਟੋ ਘੱਟ ਕਿੰਨੀ ਏਜ ਹੋਣੀ ਚਾਹੀਦੀ ਹੈ ਜੀ? 14 ਸਾਲ। ਵੀ ਸਪੈਂਡ ਮੋਸਟ ਆਫ ਆਰ ਇਨਕਮ, ਆਪਾਂ ਜੋ ਆਪਣੀ ਮੋਸਟਲੀ ਇਨਕਮ ਕਿਸ ਚੀਜ਼ 'ਤੇ ਸਪੈਂਡ ਕਰਦੇ ਹਾਂ ਉਹ ਹੈ ਜੀ ਹਾਊਸ ਹੋਲਡ ਗੁਡਸ 'ਤੇ। ਇਹ ਇਜ਼ ਦਾ ਰਾਈਟ ਆਨਸਰ। ਯੂਨੀਅਨ ਕੈਬਨਿਟ ਇਨ ਫੈਬਰਰੀ 2016 ਗੇਵ ਇਟਸ ਅਪਰੂਵਲ ਫॉर ਇਸਟੈਬਲਿਸ਼ਮੈਂਟ ਇਨ ਨੀਤੀ ਆਯੋਗ, ਤਾਂ ਕਿਸ ਚੀਜ਼ ਨੂੰ ਦਿੱਤਾ ਗਿਆ ਸੀ ਜੀ ਅਪਰੂਵਲ? ਉਹ ਸੀ ਸੈਲਫ ਇੰਪਲੋਇਮੈਂਟ ਐਂਡ ਟੈਲੈਂਟ ਯੂਟੀਲਾਈਜੇਸ਼ਨ, SETU ਦਾ ਰਾਈਟ ਆਨਸਰ। ਨੈਕਸਟ ਹੈ ਜੀ SEBI ਸਾਈਨਡ ਐਨ ਅਗਰੀਮੈਂਟ ਵਿਦ ਸਿਕਿਉਰਿਟੀਜ਼ ਕਮਿਸ਼ਨ ਆਫ ਡੈਸ਼ ਟੂ ਇਨਕਰੀਜ਼ ਕੋਆਪਰੇਸ਼ਨ ਬਿਟਵੀਨ 2 ਕੰਟਰੀਜ਼। ਕਿਸ ਦੇ ਨਾਲ ਸਾਈਨ ਕੀਤਾ ਗਿਆ ਸੀ ਜੀ? ਮਲੇਸ਼ੀਆ ਦੇ ਨਾਲ। ਗਵਰਨਮੈਂਟ ਕੌਨਸਟੀਟਿਊਟਸ ਡੈਸ਼ ਟੂ ਫਾਸਟ ਟਰੈਕ ਬੁਲਟ ਟ੍ਰੇਨ ਪ੍ਰੋਜੈਕਟ, ਤਾਂ ਕਿਹੜੀ ਕਮੇਟੀ ਸੀ ਜੋ ਇਸ ਦੇ ਲਈ ਇਹਨਾਂ ਨੇ ਬਿਠਾਈ ਸੀ? ਉਹ ਹੈ ਜੀ ਅਰਵਿੰਦ ਪਨਗਰੀਆ ਕਮੇਟੀ। ਨੈਕਸਟ ਹੈ ਜੀ ਵਿਚ ਸੀ ਇਜ਼ ਦਾ ਰਾਈਟ ਆਨਸਰ। ਵਿਚ ਆਫ ਦੀਜ਼ ਇਜ਼ ਨਾਟ ਦਾ ਓਬਜੈਕਟ ਆਫ ਇਕਨੋਮਿਕ ਪਲੈਨਿੰਗ ਦਾ ਕੀ ਉਦੇਸ਼ ਨਹੀਂ ਹੈ? ਪੋਪੂਲੇਸ਼ਨ ਇਨਕਰੀਜ਼ ਜੋ ਹੈ ਉਹ ਇਸ ਦਾ ਉਦੇਸ਼ ਨਹੀਂ ਹੈ। ਸੋ ਬੀ ਇਜ਼ ਦਾ ਰਾਈਟ ਆਨਸਰ। ਫੁੱਲ ਫਾਰਮ ਦੱਸਣੀ ਹੈ ਜੀ NSIC ਦੀ, ਉਹ ਹੈ ਨੈਸ਼ਨਲ ਸਮੋਲ ਇੰਡਸਟਰੀਜ਼ ਕਾਰਪੋਰੇਸ਼ਨ। ਬੀ ਇਜ਼ ਦਾ ਰਾਈਟ ਆਨਸਰ। ਅਕੋਰਡਿੰਗ ਟੂ ਵਰਲਡ ਬੈਂਕ ਰਿਪੋਰਟ ਵਿਚ ਕੰਟਰੀ ਵਿਲ ਰਿਮੇਨ ਦਾ ਫਾਸਟੈਸਟ ਗਰੋਇੰਗ ਇਕੋਨਮੀ? ਕਿੱਥੋਂ ਦੀ ਹੈ ਜੀ? ਇੰਡੀਆ ਦੀ। ਇਨਕਮ ਔਨ ਵਿਚ ਪੇਮੈਂਟ ਆਫ ਟੈਕਸ ਇਜ਼ ਅਵੇਡਡ,
ਉਸ ਨੂੰ ਆਪਾਂ ਕਿਹੜੀ ਕਹਿੰਦੇ ਹਾਂ, ਬਲੈਕ ਮਨੀ ਕਿਹਾ ਜਾਂਦਾ ਹੈ। ਨੈਕਸਟ ਹੈ ਜੀ, ਟੂ ਇੰਪਰੂਵ ਇੰਡੀਅਨ ਇਕੋਨਮੀ ਦ ਗਵਰਨਮੈਂਟ ਇੰਟਰੋਡਿਊਸਡ। ਆਪਣੀ ਇੰਡੀਅਨ ਇਕੋਨਮੀ ਨੂੰ ਇੰਪਰੂਵ ਕਰਨ ਲਈ ਸਰਕਾਰ ਨੇ ਕੀ ਇੰਟਰੋਡਿਊਸ ਕੀਤਾ ਹੈ ਜੀ, VAT। ਅਤੇ VAT ਦੀ ਫੁੱਲ ਫਾਰਮ ਕੀ ਹੈ, ਵੈਲਿਊ ਐਡਡ ਟੈਕਸ। ਦ ਬੈਂਕ ਦੈਟ ਡੀਲ ਐਟ ਦਾ ਡਿਸਟ੍ਰਿਕਟ ਲੈਵਲ, ਜ਼ਿਲ੍ਹੇ ਦੇ ਨਾਲ ਕਿਹੜੀ ਬੈਂਕ ਡੀਲ ਕਰਦੀ, ਤਾਂ ਉਹ ਹੈ ਜੀ ਸੈਂਟਰਲ ਕੋਆਪਰੇਟਿਵ ਬੈਂਕ। ਵਿਚ ਆਫ ਦ ਫਲੋਇੰਗ ਕੰਪਨੀਜ਼ ਹੈਜ਼ ਬੈਗਡ ਅਵਾਰਡ ਫॉर ਇਨੋਵੇਟਿਵ ਪ੍ਰੈਕਟਿਸ। ਇਨੋਵੇਟਿਵ ਪ੍ਰੈਕਟਿਸ ਦੇ ਲਈ ਕਿਹੜੀਆਂ ਕੰਪਨੀਜ਼ ਨੇ ਜਿਨ੍ਹਾਂ ਨੇ ਜੋ ਨੇ ਅਵਾਰਡ ਨੇ ਮਿਲੇ ਨੇ, ਉਹ ਹੈ ਜੀ ਨਾਲਕੋ। ਵਿਚ ਆਫ ਦ ਫਲੋਇੰਗ ਕੰਟਰੀਜ਼ ਹੈਜ਼ ਬਿਕਮ ਵਰਲਡਸ ਲਾਰਜੈਸਟ ਐਕਸਪੋਰਟਰ ਬਾਈ ਰੀਪਲੇਸਿੰਗ ਜਰਮਨੀ। ਪਹਿਲਾਂ ਜਰਮਨੀ ਜੋ ਸੀ ਵਰਲਡ ਦਾ ਲਾਰਜੈਸਟ ਐਕਸਪੋਰਟਰ ਕਰਦਾ ਸੀ, ਪਰ ਹੁਣ ਕਿਹੜੀ ਹੈ ਜੀ, ਹੁਣ ਬਣ ਗਈ ਹੈ ਚਾਈਨਾ। ਇਜ਼ ਦਾ ਰਾਈਟ ਆਂਸਰ। ਵਿਚ ਆਫ ਦੀਜ਼ ਇਜ਼ ਨੋਟ ਦਾ ਕਰੈਕਟਰ ਆਫ ਇੰਡੀਅਨ ਇਕੋਨਮੀ। ਇੰਡੀਅਨ ਇਕੋਨਮੀ ਦਾ ਇੱਕ ਕਰੈਕਟਰ ਨਹੀਂ, ਕਿਹੜੀ ਵਿਸ਼ੇਸ਼ਤਾ ਪਹਿਲਾਂ ਹੀ ਪੜ੍ਹੀ ਸੀ ਜੀ, ਪਾਪੂਲੇਸ਼ਨ ਦੀ ਗਰੋਥ ਕਰਨਾ, ਆਬਾਦੀ ਵਧਾਉਣੀ ਇੰਡੀਅਨ ਇਕੋਨਮੀ ਦਾ ਉਦੇਸ਼ ਨਹੀਂ ਹੈ। ਜੋ ਆਪਣੀ ਇਕਨੋਮਿਕ ਗਰੋਥ ਹੈ ਮੇਨਲੀ ਡਿਪੈਂਡਸ ਔਨ, ਕਿਸ 'ਤੇ ਡਿਪੈਂਡ ਕਰਦੀ ਹੈ, ਲੈਵਲ ਆਫ ਕੰਜੰਪਸ਼ਨ, ਕਿੰਨੀ ਕੰਜੰਪਸ਼ਨ ਹੋ ਰਹੀ ਹੈ। ਨੈਕਸਟ ਹੈ ਜੀ, ਇੰਟਰਸਟ ਪੇਡ ਬਾਏ ਦਾ ਗਵਰਨਮੈਂਟ ਔਨ ਲੋਨਸ ਰੇਜ਼ਡ ਇਜ਼ ਕੋਲਡ। ਜੋ ਗਵਰਨਮੈਂਟ ਨੇ ਇੰਟਰਸਟ ਪੇਡ ਕਰ ਰਿਹਾ ਗਵਰਨਮੈਂਟ ਨੂੰ ਲੋਨਸ ਰੇਜ਼ਡ ਨੂੰ ਕੀ ਕਹਿੰਦੇ ਹਾਂ, ਉਸ ਨੂੰ ਕਿਹਾ ਜਾਂਦਾ ਹੈ ਜੀ ਡੈਟ ਸਰਵਿਸਿੰਗ। ਨੈਕਸਟ ਹੈ ਜੀ, ਵਿਚ ਇਜ਼ ਦਾ ਲਾਰਜੈਸਟ ਕਮਰਸ਼ੀਅਲ ਬੈਂਕ ਇੰਡੀਆ ਦੀ ਕਿਹੜੀ ਹੈ, SBI। ਮਿਨਿਸਟਰੀ ਆਫ ਨੋਨ ਰੀਨਿਊਏਬਲ ਐਨਰਜੀ ਹੈਜ਼ ਰੀਸੈਂਟਲੀ ਲਾਂਚਡ ਅ ਨਿਊ ਸਕੀਮ ਇਹਨਾਂ ਨੇ ਲਾਂਚ ਕੀਤੀ ਹੈ ਕਿਸ ਚੀਜ਼ ਦੇ ਪ੍ਰਮੋਸ਼ਨ ਲਈ, ਰਾਈਸ ਹਸਕ ਬੇਸਡ ਬਾਇਓਮਾਸ ਗੈਸੀਫਾਇਰ ਸਿਸਟਮ ਲਈ। ਤਾਂ ਇਹ ਵੀ ਤੁਸੀਂ ਯਾਦ ਰੱਖਣਾ, ਇੰਪੋਰਟੈਂਟ ਕੁਐਸਚਨ ਹੈ। ਹੂ ਫਸਟ ਟਰਾਈ ਟੂ ਇੰਟਰੋਡਿਊਸ ਇਕਨੋਮਿਕ ਪਲੈਨਿੰਗ ਇਨ ਇੰਡੀਆ। ਇਕਨੋਮਿਕ ਪਲੈਨਿੰਗ ਜੋ ਇੰਡੀਆ ਦੇ ਵਿੱਚ ਫਸਟ ਟਾਈਮ ਕਿਹਨੇ ਟਰਾਈ ਕੀਤਾ ਸੀ ਜੀ, ਲਿਆਉਣ ਲਈ, ਉਹ ਸੀ ਸਰਦਾਰ ਪਟੇਲ। ਇਹ ਲੈ ਕੇ ਨਹੀਂ ਆਏ ਸੀ, ਇਹਨਾਂ ਨੇ ਸਿਰਫ ਟਰਾਈ ਕੀਤਾ ਸੀ। ਅਰਬਨ ਪਾਪੂਲੇਸ਼ਨ ਆਫ ਵਿਚ ਸਟੇਟ ਇਜ਼ ਦਾ ਮੈਕਸੀਮਮ, ਕਿੱਥੋਂ ਦੀ ਅਰਬਨ ਪਾਪੂਲੇਸ਼ਨ ਜ਼ਿਆਦਾ, ਮਹਾਰਾਸ਼ਟਰ ਦੀ। ਵਿਚ ਫਾਈਨੈਂਸ਼ੀਅਲ ਔਰਗਨਾਈਜੇਸ਼ਨ ਹੈਜ਼ ਅਪਰੂਵਡ ਰੇਟ 2100 ਕਰੋੜ ਫॉर ਅਪਗ੍ਰੇਡੇਸ਼ਨ ਆਫ ਓਵਰ 950 ਕਿਲੋਮੀਟਰ ਆਫ ਰੋਡਸ ਇਨ ਪੰਜਾਬ। ਤਾਂ ਕਿਹੜੀ ਉਹ ਔਰਗਨਾਈਜੇਸ਼ਨ ਹੈ, ਉਹ ਹੈ ਜੀ ਵਰਲਡ ਬੈਂਕ। ਇਹ ਕੰਮ ਹੈ ਜੋ ਕਰ ਰਹੀ ਹੈ। ਵਿਦ ਵਿਚ ਕੰਪਨੀ ਤੋਸ਼ੀਬਾ ਹੈਜ਼ ਸਾਈਨਡ ਐਨ ਅਗਰੀਮੈਂਟ ਫॉर ਮੈਨੂਫੈਕਚਰਿੰਗ ਇਕਵਿਪਮੈਂਟ ਫॉर ਪਾਵਰ ਟਰਾਂਸਮਿਸ਼ਨ ਐਂਡ ਡਿਸਟਰੀਬਿਊਸ਼ਨ ਇੰਡੀਆ। ਤਾਂ ਕਿਹੜੀ ਕੰਪਨੀ ਦੇ ਨਾਲ ਉਹਨਾਂ ਨੇ ਜੋ ਹੈ ਜੀ ਆਪਣਾ ਸਾਈਨ ਕੀਤਾ ਹੈ ਐਗਰੀਮੈਂਟ, ਉਹ ਹੈ ਜੀ BHEL, ਜਿਸ ਦੀ ਫੁੱਲ ਫਾਰਮ ਹੈ ਜੀ ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ। ਸੋ ਜੀ C ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ, ਹੂ ਕੌਨਸਟੀਟਿਊਟ ਦਾ ਨੈਸ਼ਨਲ ਡਿਵੈਲਪਮੈਂਟ ਕਾਊਂਸਲ। ਇਸ ਨੂੰ ਕੌਣ ਕੌਣ ਬਣਾਉਂਦਾ ਹੈ, ਇਸ ਵਿੱਚ ਜੀ ਸਟੇਟਸ ਦੇ ਚੀਫ ਮਿਨਿਸਟਰ ਹੁੰਦੇ ਨੇ, ਮੈਂਬਰ ਹੁੰਦੇ ਨੇ ਪਲੈਨਿੰਗ ਕਮਿਸ਼ਨ ਦੇ, ਅਤੇ ਇਹ ਜੋ ਉਹਨੂੰ ਮਿਲ ਕੇ ਨੈਸ਼ਨਲ ਡਿਵੈਲਪਮੈਂਟ ਕਾਊਂਸਲ ਬਣਾਉਂਦੇ ਹਨ। NDC ਤੁਸੀਂ ਇਸ ਨੂੰ ਕਹਿ ਸਕਦੇ ਹੋ। ਹੂ ਪ੍ਰਿਸਾਈਡਸ ਓਵਰ ਦਾ ਨੈਸ਼ਨਲ ਡਿਵੈਲਪਮੈਂਟ ਕਾਊਂਸਲ। ਜੋ NDC ਹੈ ਇਸ ਨੂੰ ਕੌਣ ਪ੍ਰਿਸਾਈਡ ਕਰਦਾ ਹੈ, ਉਹ ਕਰਦਾ ਜੀ ਪ੍ਰਾਈਮ ਮਿਨਿਸਟਰ। ਵਿਚ ਇਜ਼ ਨੋਟ ਦਾ ਫੰਕਸ਼ਨ ਆਫ RBI ਦਾ ਇੱਕ ਫੰਕਸ਼ਨ ਕਿਹੜਾ ਨਹੀਂ ਹੈ, ਉਹ ਹੈ ਜੀ ਮੇਨਟੇਨਿੰਗ ਦਾ ਪਰਸਨਲ ਅਕਾਊਂਟਸ ਦਾ ਨਾਂ ਜੋ ਮੇਨਟੇਨਿੰਗ ਦਾ ਕੰਮ ਹੈ ਉਹ RBI ਨਹੀਂ ਕਰਦੀ ਹੈ। ਫਸਟ ਸਟੀਲ ਇੰਡਸਟਰੀ ਕਿਹੜੀ ਸੀ ਜੀ, ਬੰਗਾਲ ਆਇਰਨ ਕੰਪਨੀ। ਕਿੱਥੇ ਇੰਟਰੋਡਿਊਸਡ ਹੋਈ ਸੀ, ਬੰਗਾਲ ਆਇਰਨ ਕੰਪਨੀ, ਕਦੋਂ, ਕਿਹੜੇ ਟਾਈਮ ਦੇ ਵਿੱਚ ਜੀ, 1870 ਦੇ ਵਿੱਚ। ਯਾਦ ਰੱਖਣਾ ਇਹ ਨਾਮ ਕੀ ਸੀ, ਬੰਗਾਲ ਆਇਰਨ ਕੰਪਨੀ। ਮੋਸਟ ਇੰਪੋਰਟੈਂਟ ਨੈਚੁਰਲ ਰਿਸੋਰਸ ਆਫ ਨੈਸ਼ਨਲ ਡਿਵੈਲਪਮੈਂਟ। ਜੋ ਨੇਸ਼ਨ ਦੀ ਡਿਵੈਲਪਮੈਂਟ ਹੁੰਦੀ ਹੈ ਉਸ ਲਈ ਜੋ ਮੋਸਟ ਇੰਪੋਰਟੈਂਟ ਨੈਚੁਰਲ ਰਿਸੋਰਸ ਕਿਹੜਾ ਹੈ, ਉਹ ਹੈ ਜੀ ਹਿਊਮਨ ਲੇਬਰ। ਏ ਇਜ਼ ਦਾ ਰਾਈਟ ਆਂਸਰ। ਮੈਕਸੀਮਮ ਕੋਲ ਕਿੱਥੇ ਪ੍ਰੋਡਿਊਸ ਹੁੰਦਾ ਹੈ, ਬਿਹਾਰ ਦੇ ਵਿੱਚ ਕਿੱਥੇ ਜੀ, ਝਾਰਖੰਡ ਦੇ ਵਿੱਚ। ਟਾਟਾ ਆਇਰਨ ਐਂਡ ਸਟੀਲ ਕੰਪਨੀ ਸੈਟ ਅਪ ਐਟ, ਕਿੱਥੇ ਬਣਾਈ ਗਈ ਹੈ ਜੀ, ਜਮਸ਼ੇਦਪੁਰ ਦੇ ਵਿੱਚ। ਕਦੋਂ, 28 ਅਗਸਤ 1907 ਨੂੰ। ਰੂਰਕੇਲਾ ਸਟੀਲ ਪਲਾਂਟ, ਇਹ ਕਿਹੜੀ ਸਟੇਟ ਦੇ ਵਿੱਚ ਹੈ, ਇਹ ਹੈ ਜੀ ਉੜੀਸਾ ਦੇ ਵਿੱਚ। ਦੁਰਗਾਪੁਰ ਜੋ ਸਟੀਲ ਪਲਾਂਟ ਹੈ ਕਿੱਥੇ ਹੈ ਜੀ, ਵੈਸਟ ਬੰਗਾਲ ਦੇ ਵਿੱਚ। ਭਿਲਾਈ ਸਟੀਲ ਪਲਾਂਟ ਹੈ, ਇਹ ਕਿੱਥੇ ਹੈ ਜੀ, ਮੱਧ ਪ੍ਰਦੇਸ਼ ਦੇ ਵਿੱਚ। ਅਬਾਊਟ ਹਾਊ ਮਚ ਮਨੀ ਹੈਜ਼ ਬੀਨ ਅਪਰੂਵਡ ਬਾਈ ਦਾ ਸੈਂਟਰਲ ਗਵਰਨਮੈਂਟ ਫॉर ਕੰਪਿਊਟਰਾਈਜੇਸ਼ਨ ਆਫ ਕਮਰਸ਼ੀਅਲ ਟੈਕਸ ਐਡਮਿਨਿਸਟ੍ਰੇਸ਼ਨ ਆਫ ਸਟੇਟ ਗਵਰਨਮੈਂਟ। ਤਾਂ ਕਿੰਨੀ ਮਨੀ ਹੈ ਜੋ ਕੰਪਿਊਟਰਾਈਜੇਸ਼ਨ ਅਤੇ ਟੈਕਸ ਦੇ ਲਈ ਜੋ ਹੈ ਅਪਰੂਵ ਕੀਤੀ ਗਈ ਹੈ, ਉਹ ਹੈ ਜੀ 1133 ਕਰੋੜ। ਡੀ ਇਜ਼ ਦਾ ਰਾਈਟ ਆਂਸਰ। ਇੰਡੀਅਨ ਆਇਲ ਕਾਰਪੋਰੇਸ਼ਨ ਇਨ 1964 ਵਾਜ ਸੈਟ ਅਪ ਐਟ, ਕਿੱਥੇ ਸੈਟਅਪ ਕੀਤਾ ਗਿਆ ਹੈ ਜੀ, ਬਰੌਨੀ ਦੇ ਵਿੱਚ।
ਅਸਾਮ ਆਇਲ ਕੰਪਨੀ ਇਨ 1901 ਇਹ ਕਿੱਥੇ ਸੈਟਅਪ ਹੋਈ ਸੀ ਜੀ? ਦਿਗਬੋਈ ਦੇ ਵਿੱਚ। ਹਿੰਦੁਸਤਾਨ ਪੈਟਰੋਲੀਅਮ ਜੋ ਕਾਰਪੋਰੇਸ਼ਨ ਇਹ ਕਿੱਥੇ ਹੈ ਜੀ? ਮੁੰਬਈ ਦੇ ਵਿੱਚ। ਭਾਰਤ ਪੈਟਰੋਲੀਅਮ ਜੋ ਕਾਰਪੋਰੇਸ਼ਨ ਹੈ ਇਹ ਵੀ ਕਿੱਥੇ ਹੈ ਜੀ? ਮੁੰਬਈ ਦੇ ਵਿੱਚ। ਨੈਕਸਟ ਹੈ ਜੀ, ਵਿਚ ਆਫ ਦਾ ਫੋਲੋਇੰਗ ਕੰਪਨੀਜ਼ ਵਿਲ ਇਨਵੈਸਟ $2.25 ਬਿਲੀਅਨ ਇਨ ਆਇਲ ਪ੍ਰੋਜੈਕਟ ਆਫ ਵੈਨਜੂਲਾ। ਵੈਨਜੂਲਾ ਦੇ ਵਿੱਚ ਹੈ ਜੋ ਕਿੰਨੇ ਜੋ ਨੇ $2.25 ਬਿਲੀਅਨ ਨੇ। ਤਾਂ ਕਿਹੜੀ ਕੰਪਨੀ ਇਨਵੈਸਟ ਕਰੇਗੀ? ਉਹ ਹੈ ਜੀ ONCG। ਇਹ ਜੀ ਸਟੇਟ ਰਨ ਆਇਲ ਜੋ ਹੈ ਅਤੇ ਨੈਚੁਰਲ ਗੈਸ ਦਾ ਕੋਆਪਰੇਸ਼ਨ ਵਾਲਾ ਜੋ ਕੰਮ ਹੈ ਕਰੇਗੀ। ਨੈਕਸਟ ਹੈ ਜੀ VAT ਕਿਸ ਚੀਜ਼ ਦੀ ਸਟੈਂਡ ਕਰਦੀ? ਆਪਾਂ ਪਹਿਲਾਂ ਕੀਤਾ ਸੀ ਵੈਲਿਊ ਐਡਡ ਟੈਕਸ। ਬੀ ਇਜ਼ ਦਾ ਰਾਈਟ ਆਨਸਰ। VAT ਇਹ ਕੀ ਹੈ? ਇਹ ਜੀ ਇੱਕ ਇਨਡਾਇਰੈਕਟ ਟੈਕਸ ਹੈ। ਨੈਕਸਟ ਹੈ ਜੀ, ਉਹ ਟੈਕਸ ਵਿਚ ਟੇਕਸ ਐਨ ਇਨਕਰੀਜ਼ਿੰਗ ਪ੍ਰੋਪੋਰਸ਼ਨ ਆਫ ਇਨਕਮ ਐਜ਼ ਇਨਕਮ ਰਾਈਜ਼ਸ। ਉਹ ਟੈਕਸ ਕਿਹੜਾ ਹੈ ਜਿਹਦੇ ਨਾਲ ਇਨਕਰੀਜ਼ਿੰਗ ਪ੍ਰੋਪੋਰਸ਼ਨ ਜੋ ਹੈ ਇਨਕਮ ਦਾ ਰਾਈਜ਼ ਹੁੰਦਾ ਤਾਂ ਉਹ ਹੈ ਜੀ ਪ੍ਰੋਗਰੈਸਿਵ ਟੈਕਸ। ਹੁਣ ਉਹ ਟੈਕਸ ਦੇਖਣਾ ਹੈ ਜਿਹੜਾ ਕਿ ਸੇਮ ਰੇਟ 'ਤੇ ਰਹਿੰਦਾ ਹੈ ਆਲ ਲੈਵਲ ਆਫ ਇਨਕਮਸ 'ਤੇ, ਉਹ ਹੁੰਦਾ ਜੀ ਪ੍ਰੋਪੋਰਸ਼ਨਲ ਐਕਟ। ਏ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ, ਹੂ ਅਮੰਗ ਦਾ ਫਲੋਇੰਗ ਹੈਜ਼ ਬੀਨ ਇਨਕਲੂਡਡ ਇਨ ਫੋਰਬਸ ਲਿਸਟ ਆਫ ਵਰਲਡਸ ਮੋਸਟ ਪਾਵਰਫੁਲ ਬਿਲੀਨੀਅਰ। ਜੋ ਪਾਵਰਫੁਲ ਕੌਣ ਨੇ? ਉਹ ਸੀ ਜੀ ਮੁਕੇਸ਼ ਅੰਬਾਨੀ ਅਤੇ ਲਕਸ਼ਮੀ ਮਿੱਤਲ, ਦੋਨੋਂ ਹੀ ਹਨ। ਸੋ ਸੀ ਇਜ਼ ਦਾ ਰਾਈਟ ਆਨਸਰ। ਮੇਨ ਪਰਪਸ ਕੀ ਹੈ ਕਰੰਸੀ ਦਾ ਜੀ? ਮੀਡੀਅਮ ਆਫ ਐਕਸਚੇਂਜ ਦਾ ਹੈ, ਚੀਜ਼ਾਂ ਆਪਾਂ ਲੈ ਦੇ ਸਕਦੇ ਹਾਂ ਪੈਸੇ ਨਾਲ। ਜੋ ਕੁਆਇਨਸ ਨੇ, ਜੋ ਮਿੰਟਸ ਨੇ, ਉਹ ਕਿੱਥੇ ਕਿੱਥੇ ਬਣਦੇ ਨੇ? ਆਪਾਂ ਪਹਿਲਾਂ ਵੀ ਪੜ੍ਹਿਆ ਸੀ ਜੀ। ਹੁਣ ਇਹ ਕੁਆਇਨਸ ਦੀ ਫੋਰਮ ਦੇ ਵਿੱਚ ਪੁੱਛਿਆ ਹੈ। ਨੋਇਡਾ ਦੇ ਵਿੱਚ, ਮੁੰਬਈ, ਕੋਲਕਾਤਾ ਅਤੇ ਹੈਦਰਾਬਾਦ। ਸੋ ਸੀ ਇਜ਼ ਦਾ ਰਾਈਟ ਆਨਸਰ। ਹੂ ਇਜ਼ ਇੰਪਾਵਰਡ? ਕੌਣ ਸੇ ਕੋਲ ਪਾਵਰ ਹੈ ਜੋ ਕਲੈਕਟ ਕਰਦੀ ਹੈ ਸਰਵਿਸ ਟੈਕਸ? ਉਹ ਹੈ ਜੀ ਸੈਂਟਰਲ ਐਕਸਾਈਜ਼ ਡਿਪਾਰਟਮੈਂਟ। ਅਕੋਰਡਿੰਗ ਟੂ ਵਰਲਡ ਇਕਨੋਮਿਕ ਫੋਰਮ ਰਿਪੋਰਟ, ਇੰਡੀਆ ਰੈਂਕਸ ਇਨ ਦਾ ਡੈਸ਼ ਟਰਮਸ ਆਫ ਐਨਰਜੀ ਸਿਕਿਉਰਿਟੀ। ਐਨਰਜੀ ਜੋ ਸਿਕਿਉਰਿਟੀ ਹੈ, ਐਨਰਜੀ ਸਿਕਿਉਰਿਟੀ ਦੇ ਬੇਸ 'ਤੇ ਆਪਾਂ ਦੇਖਦੇ ਹਾਂ ਇੰਡੀਆ ਕਿਹੜੇ ਨੰਬਰ 'ਤੇ ਸਟੈਂਡ ਕਰਦਾ ਹੈ। ਜੋ ਵਰਲਡ ਇਕਨੋਮਿਕ ਫੋਰਮ ਦੀ ਰਿਪੋਰਟ ਆਈ ਹੈ ਤਾਂ ਉਹ ਹੈ ਜੀ 67th। ਇਸ ਤੋਂ ਪਹਿਲਾਂ ਕਿੰਨਾ ਸੀ ਜੀ? 19th ਸੀ, ਪਰ ਹੁਣ 67 ਹੋ ਗਿਆ ਹੈ। ਪਲੈਨ ਹੌਲੀਡੇ ਪੀਰੀਅਡ, ਪਲੈਨ ਹੌਲੀਡੇ ਪੀਰੀਅਡ ਕਿਸ ਟਾਈਮ ਨੂੰ ਕਿਹਾ ਜਾਂਦਾ ਸੀ ਜੀ? 1966 ਤੋਂ 1969 ਨੂੰ। ਇਨ ਇੰਡੀਆ ਇਨਫਲੇਸ਼ਨ ਇਜ਼ ਮੋਸਟਲੀ, ਜੋ ਆਪਣੀ ਮਹਿੰਗਾਈ ਹੋ ਰਹੀ ਹੈ ਕਿਉਂ ਹੋ ਰਹੀ ਹੈ? ਕਿਉਂਕਿ ਇਨਕਰੀਜ਼ ਹੋ ਰਹੀ ਹੈ ਇਨ ਸਪਲਾਈ ਆਫ ਮਨੀ। ਵੇਅਰ ਇਜ਼ ਆਰ ਓਲਡੈਸਟ ਆਇਰਨ ਐਂਡ ਸਟੀਲ ਇੰਡਸਟਰੀ? ਕਿੱਥੇ ਹੈ ਜੀ? ਜਮਸ਼ੇਦਪੁਰ ਦੇ ਵਿੱਚ। ਅਕੋਰਡਿੰਗ ਟੂ ਦਾ ਡਾਟਾ ਪ੍ਰੋਵਾਈਡਡ ਬਾਈ ਦਾ ਸਵਿਸ ਬੈਂਕਿੰਗ ਐਸੋਸੀਏਸ਼ਨ, ਸਵਿਸ ਬੈਂਕਿੰਗ ਐਸੋਸੀਏਸ਼ਨ ਨੇ ਇੱਕ ਡਾਟਾ ਪ੍ਰੋਵਾਈਡ ਕਰਵਾਇਆ ਹੈ। ਉਸ ਵਿੱਚ ਦੱਸਿਆ ਹੈ ਇੰਡੀਆ ਦਾ ਡੈਸ਼ ਲਾਰਜੈਸਟ ਸੋਰਸ ਆਫ ਬਲੈਕ ਮਨੀ। ਕਿੰਨਵੇਂ ਨੰਬਰ ਦਾ ਸੋਰਸ ਹੈ ਇੰਡੀਆ ਜੀ? ਤਾਂ ਕਿ ਉਹ ਕਿਸ ਨੰਬਰ ਦਾ ਸੋਰਸ ਹੈ ਆਪਾਂ ਉਸ ਦੀ ਹੁਣ ਗੱਲ ਕਰਾਂਗੇ। ਤਾਂ ਉਹ ਹੈ ਜੀ 4th। ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ ਜੋ ਆਪਾਂ ਕੁਐਸਚਨ ਕਰਾਂਗੇ ਉਹ ਹੈ 129, ਜਿਸ ਦੇ ਵਿੱਚ ਇਹਨਾਂ ਨੇ ਪੁੱਛਿਆ ਹੈ ਜੋ ਸੈਕੂਲਰਾਈਜੇਸ਼ਨ ਐਂਡ ਰੀਕਨਸਟਰਕਸ਼ਨ ਹੈ ਫਾਈਨੈਂਸ਼ੀਅਲ ਐਸੈਟਸ ਦਾ ਐਂਡ ਇਨਫੋਰਸਮੈਂਟ ਆਫ ਸਿਕਿਉਰਿਟੀ ਇੰਟਰਸਟ ਐਕਟ ਦਾ ਐਟ ਪ੍ਰੈਜ਼ੈਂਟ ਇਜ਼ ਨਾਟ ਐਪਲੀਕੇਬਲ ਟੂ। ਇਹ ਜੋ ਜਿਸ ਨੂੰ ਆਪਾਂ SARFAESI ਕਹਿੰਦੇ ਹਾਂ, ਐਟ ਪ੍ਰੈਜ਼ੈਂਟ ਇਹ ਕਿੱਥੇ ਜੋ ਹੈ ਐਪਲੀਕੇਬਲ ਨਹੀਂ ਹੈ। ਤਾਂ ਇਹ ਨਹੀਂ ਹੈ ਜੀ ਨੋਨ ਬੈਂਕਿੰਗ ਫਾਈਨੈਂਸ਼ੀਅਲ ਕੰਪਨੀਜ਼ ਦੇ ਵਿੱਚ। ਮੋਸਟ ਇੰਪੋਰਟੈਂਟ ਸਮੋਲ ਸਕੇਲ ਇੰਡਸਟਰੀ ਇੰਡੀਆ ਦੀ ਕਿਹੜੀ ਹੈ ਜੀ? ਹੈਂਡਲੂਮ। ਪ੍ਰਾਈਸ ਆਫ ਐਨ ਆਰਟੀਕਲ ਬਿਯੋਂਡ ਇਟਸ ਕੰਟਰੋਲਡ ਪ੍ਰਾਈਸ, ਤਾਂ ਉਸਨੂੰ ਆਪਾਂ ਕੀ ਕਹਿੰਦੇ ਹਾਂ? ਬਲੈਕ ਮਾਰਕੀਟ ਕਹਿੰਦੇ ਹਾਂ। ਡਿਮਾਂਡ ਆਫ ਅ ਕਮੋਡਿਟੀ ਮੇਨਲੀ ਡਿਪੈਂਡਸ ਅਪੋਨ, ਕਿਹੜੀ ਚੀਜ਼ 'ਤੇ ਡਿਪੈਂਡ ਕਰਦੀ ਹੈ ਕਿ ਤੁਸੀਂ ਕਿੰਨੀ ਕੁ ਤੁਹਾਡੇ ਕਿਸੇ ਚੀਜ਼ ਨੂੰ ਖਰੀਦਣ ਦੀ ਸ਼ਕਤੀ ਹੈ। ਪਾਵਰ ਟੂ ਪਰਚੇਜ਼। ਹੂ ਪ੍ਰਪਾਊਂਡਡ ਦਾ ਲਾਅ ਮਾਰਕੀਟ, ਲਾਅ ਮਾਰਕੀਟ ਨੂੰ ਕਿਸ ਨੇ ਪ੍ਰਪਾਊਂਡ ਕੀਤਾ ਸੀ ਜੀ? JB ਸੇ ਦੇ ਦੁਆਰਾ। The index of industrial production is compiled and released by which of the following organization agencies? ਤਾਂ ਕਿਹੜੀ ਏਜੰਸੀਜ਼ ਨੇ? ਉਹ ਹੈ ਜੀ ਸੈਂਟਰਲ ਸਟੈਟਿਕਲ ਆਰਗੇਨਾਈਜੇਸ਼ਨ ਦੀ। ਮੈਕਸੀਮਮ ਕਲੋਥ ਮਿਲਸ ਕਿੱਥੇ ਹਨ ਜੀ? ਮਹਾਰਾਸ਼ਟਰ ਦੇ ਵਿੱਚ। ਕੈਪੀਟਲ ਜੋ ਇਨਫੋਰਮੇਸ਼ਨ ਹੈ ਇਜ਼ ਐਨ ਇਕੋਨਮੀ ਡਿਪੈਂਡਸ ਅਪੋਨ, ਕਿਹੜੀ ਚੀਜ਼ 'ਤੇ ਡਿਪੈਂਡ ਕਰਦੀ ਹੈ ਜੀ? ਟੋਟਲ ਇਨਕਮ 'ਤੇ। ਵਿਚ ਆਈਟਮ ਡਜ਼ ਇੰਡੀਆ ਐਕਸਪੋਰਟ ਦਾ ਮੋਸਟ? ਤਾਂ ਉਹ ਹੈ ਜੀ ਮੀਕਾ, ਜਿਸ ਨੂੰ ਆਪਾਂ ਕਹਿੰਦੇ ਹਾਂ। ਨੋਰਮਲੀ ਬਜਟ ਕਦੋਂ ਪ੍ਰੈਜ਼ੈਂਟ ਕੀਤਾ ਜਾਂਦਾ ਹੈ? ਇਹ ਕਹਿੰਦੇ ਫੈਬਰਰੀ ਦੇ ਲਾਸਟ ਡੇਜ਼ ਨੂੰ 28th ਨੂੰ ਕੀਤਾ ਜਾਂਦਾ ਹੈ, ਪਰ ਅਕੋਰਡਿੰਗ ਟੂ ਜੇਕਰ ਛੁੱਟੀ ਵਗੈਰਾ ਹੋਵੇ ਤਾਂ ਇਹਨੂੰ ਐਡਜਸਟ ਕਰ ਲਿਆ ਜਾਂਦਾ ਹੈ।
ਨੋਰਮਲੀ ਦਾ ਬਜਟ ਇਜ਼ ਪਾਸਡ ਇਨ ਪਾਸ ਕਦੋਂ ਕੀਤਾ ਜਾਂਦਾ ਜੀ ਅਪ੍ਰੈਲ ਮਈ ਦੇ ਵਿੱਚ। ਦਾ ਪ੍ਰੈਜ਼ੈਂਟ ਟਰੈਂਡ ਆਫ ਅਰਬਨਾਈਜੇਸ਼ਨ ਜੋ ਅੱਜ ਕੱਲ੍ਹ ਲੋਕ ਅਰਬਨਾਈਜੇਸ਼ਨ ਸ਼ਹਿਰਾਂ ਵੱਲ ਜਾ ਰਹੇ ਹਨ ਮੇਨ ਕੀ ਰੀਜ਼ਨ ਹੈ ਇਹ ਹੈ ਜੀ ਜੋ ਇੰਪਲੋਇਮੈਂਟ ਘੱਟ ਹੈ ਪਿੰਡਾਂ ਦੇ ਵਿੱਚ ਅਤੇ ਅਸਲੀ ਲੋਕ ਜੋ ਨੇ ਉਹ ਮੂਵ ਹੋ ਰਹੇ ਹਨ ਸ਼ਹਿਰਾਂ ਵੱਲ। ਦਾ ਯੂਨੀਅਨ ਲਿਸਟ ਡਜ਼ ਨਾਟ ਇਨਕਲੂਡ ਯੂਨੀਅਨ ਲਿਸਟ ਦੇ ਵਿੱਚ ਕਿਹੜੀ ਚੀਜ਼ ਇਨਕਲੂਡ ਨਹੀਂ ਹੈ ਤਾਂ ਉਹ ਹੈ ਜੀ ਸੈਂਸਿਸ। ਨੈਕਸਟ ਹੈ ਜੀ ਨਿਊ ਫੋਰਨ ਟ੍ਰੇਡ ਪੋਲਿਸੀ ਕਿਹੜੀ ਚੀਜ਼ ਨੂੰ ਅਲਾਈਨ ਕਰੇਗੀ ਮੇਕ ਇਨ ਇੰਡੀਆ ਡਿਜੀਟਲ ਇੰਡੀਆ ਸਕਿੱਲਸ ਇੰਡੀਆ ਇਨੀਸ਼ੀਏਟਿਵ ਸਾਰੀਆਂ ਚੀਜ਼ਾਂ ਨੂੰ ਜੋ ਹੈ ਨਿਊ ਪੋਲਿਸੀ ਜੋ ਹੈ ਉਹ ਲਾਈਨ ਹੈ। ਨੈਕਸਟ ਹੈ ਜੀ ਬੈਂਕ ਵਿਦ ਦਾ ਲਾਰਜੈਸਟ ਬ੍ਰਾਂਚਸ ਇਨ ਇੰਡੀਆ ਤਾਂ ਉਹ ਹੈ PNB ਏ ਇਜ਼ ਦਾ ਰਾਈਟ। ਨੈਕਸਟ ਹੈ ਜੀ ਬੈਂਕ ਵਿਦ ਲਾਰਜੈਸਟ ਬ੍ਰਾਂਚਸ ਇਨ ਪੰਜਾਬ ਤਾਂ ਉਹ ਹੈ ਜੀ PNB। ਅਕੋਰਡਿੰਗ ਟੂ ਹਾਸ਼ਿਮ ਕਮੇਟੀ ਅਬਾਊਟ ਡੈਸ਼ ਆਫ ਇੰਡੀਅਨ ਹਾਊਸਹੋਲਡਸ ਲੀਵ ਬਿਲੋ ਪਾਵਰਟੀ ਲਾਈਨ ਤਾਂ ਉਹ ਜੀ ਨੇ ਕਿੰਨੇ ਲੈਂਦੇ ਨੇ ਜੀ 35%। ਹੈਲਥ ਕੇਅਰ ਸਕੀਮ ਅਰੋਗਿਆ ਸ਼੍ਰੀ ਕਿਹੜੀ ਬੈਂਕ ਨੇ ਲਾਂਚ ਕੀਤੀ ਹੈ ਜੀ SBI ਨੇ। ਵਿਚ ਬੈਂਕ ਇਜ਼ ਦਾ ਬੈਂਕਰਸ ਬੈਂਕ ਬੈਂਕਰਸ ਬੈਂਕ ਕਿਹੜੀ ਬੈਂਕ ਨੂੰ ਕਿਹਾ ਜਾਂਦਾ ਹੈ RBI ਨੂੰ। ਹੈੱਡ ਆਫਿਸ RBI ਦਾ ਕਿੱਥੇ ਹੈ ਜੀ ਮੁੰਬਈ ਦੇ ਵਿੱਚ। ਕਿੰਨੀਆਂ ਬ੍ਰਾਂਚਸ ਨੇ ਇੰਡੀਆ ਦੇ ਵਿੱਚ RBI ਦੀਆਂ 65। ਜੋ ਇਸ ਦਾ ਗਵਰਨਰ ਹੈ ਕਿੰਨੇ ਟਾਈਮ ਲਈ ਅਪੁਆਇੰਟ ਕੀਤਾ ਜਾਂਦਾ ਹੈ ਪਹਿਲਾਂ ਜੇ 3 ਸਾਲ ਲਈ ਕੀਤਾ ਹੁਣ 3 ਸਾਲ ਲਈ ਕੀਤਾ ਜਾਂਦਾ ਹੈ ਪਹਿਲਾਂ ਇਸ ਨੂੰ 5 ਸਾਲ ਲਈ ਕੀਤਾ ਜਾਂਦਾ ਸੀ ਤਾਂ 3 years। ਵਿਚ ਸਟੇਟ ਆਫ ਇੰਡੀਆ ਪ੍ਰੋਡਿਊਸਡ ਮੈਕਸੀਮਮ ਸ਼ੂਗਰ ਤਾਂ ਉਹ ਹੈ ਜੀ ਮਹਾਰਾਸ਼ਟਰ। ਵਿਚ ਸਟੇਟ ਆਫ ਇੰਡੀਆ ਪ੍ਰੋਡਿਊਸਡ ਮੈਕਸੀਮਮ ਸਪਾਈਸਿਸ ਤਾਂ ਸਪਾਈਸਿਸ ਕਿਹੜੀ ਕਰਦੀ ਹੈ ਜੀ ਆਂਧਰਾ ਪ੍ਰਦੇਸ਼। ਵਿਚ ਦਾ ਰੇਟ ਆਫ ਪੋਪੂਲੇਸ਼ਨ ਗਰੋਥ ਇਨ ਇੰਡੀਆ ਕਿੰਨਾ ਹੈ ਉਹ ਹੈ ਜੀ 0.8%। In December 2019, which of the following multilateral funding agencies agree to extend loan to India for infrastructure ਤੇ ਖਾਦੀ ਇੰਡਸਟਰੀਜ਼ ਲਈ ਤਾਂ ਕਿੰਨਾ ਨੇ ਸੀ ਜੀ ਜੋ ਮੰਨ ਲਿਆ ਸੀ ਕਿ ਉਹ ਲੋਨ ਵਧਾ ਦੇਣਗੇ ਤਾਂ ਉਹ ਹੈ ਜੀ ਏਸ਼ੀਅਨ ਡਿਵੈਲਪਮੈਂਟ ਬੈਂਕ। ਵਿਚ ਸਟੇਟ ਇਨ ਇੰਡੀਆ ਪ੍ਰੋਡਿਊਸ ਮੈਕਸੀਮਮ ਸੈਫਰਨ ਕਿੱਥੇ ਬਣਦਾ ਹੈ ਜੀ ਜੰਮੂ ਕਸ਼ਮੀਰ ਦੇ ਵਿੱਚ। ਵਿਚ ਆਫ ਦਾ ਫੋਲੋਇੰਗ ਐਕਸਚੇਂਜ ਸ਼ੇਅਰ ਇੰਡਾਈਸਿਸ ਸੈਲੀਬ੍ਰੇਟਡ ਸਿਲਵਰ ਜੁਬਲੀ ਉਹ ਹੈ ਜੀ ਸਿਲਵਰ ਜੁਬਲੀ ਜੋ ਸੀ ਬੰਬੇ ਸਟਾਕ ਐਕਸਚੇਂਜ ਨੇ। ਵਿਚ ਸਟੇਟ ਆਫ ਇੰਡੀਆ ਲੀਡਸ ਇਨ ਰੂਰਲ ਇਲੈਕਟ੍ਰੀਫਿਕੇਸ਼ਨ ਲਈ ਕਿਹੜੀ ਹੈ ਜੀ ਸਟੇਟ ਇੰਡੀਆ ਦੇ ਵਿੱਚ ਜੋ ਲੀਡ ਕਰ ਰਹੀ ਹੈ ਉਹ ਹੈ ਜੀ ਬਿਹਾਰ ਦੇ ਵਿੱਚ ਝਾਰਖੰਡ। ਇਨਫਲੇਸ਼ਨ ਜੋ ਮਹਿੰਗਾਈ ਉਹ ਕੀ ਹੈ ਕੰਟੀਨਿਊਸ ਰਾਈਸ ਹੈ ਜੀ ਪ੍ਰਾਈਸਿਸ ਦੇ ਵਿੱਚ ਸੋ D ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ ਖਾਦੀ ਐਂਡ ਵਿਲੇਜ ਇੰਡਸਟਰੀਜ਼ ਵਰ ਸੈਟਅਪ ਡਿਊਰਿੰਗ ਦਾ ਕਦੋਂ ਸੈਟਅਪ ਹੋਈਆਂ ਸੀ ਜੀ 1956 ਦੇ ਵਿੱਚ ਜਦੋਂ ਸੈਕਿੰਡ ਪਲਾਨ ਸੀ। ਵਿਚ ਆਫ ਦਾ ਫੋਲੋਇੰਗ ਸਟੇਟ ਕਾਂਟ ਵੀ ਸੈਡ ਸਿਲਕ ਪ੍ਰੋਡਿਊਸਿੰਗ ਸਟੇਟ ਕਿਹੜੀ ਨਹੀਂ ਹੈ ਉਹ ਹੈ ਜੀ ਹਿਮਾਚਲ ਪ੍ਰਦੇਸ਼। ਵਿਚ ਇਜ਼ ਨੋਨ ਐਜ਼ ਦਾ ਪਲਾਸਟਿਕ ਮਨੀ ਆਪਾਂ ਕਿਸ ਨੂੰ ਕਹਿੰਦੇ ਹਾਂ ਜੋ ਕ੍ਰੈਡਿਟ ਅਤੇ ਡੈਬਿਟ ਕਾਰਡ ਆਉਂਦੇ ਹਨ। ਦਾ ਨੈਸ਼ਨਲ ਇਨਕਮ ਆਫ ਇੰਡੀਆ ਜੀ ਐਸਟੀਮੇਟਡ ਬਾਈ ਕਿਵੇਂ ਐਸਟੀਮੇਟ ਕਰਦੇ ਹਾਂ ਜੀ ਜੋ ਸੈਂਟਰਲ ਸਟੈਟਿਕਲ ਔਰਗਨਾਈਜੇਸ਼ਨ ਹੈ ਉਸ ਤੋਂ ਆਪਾਂ ਅੰਦਾਜ਼ਾ ਲਾ ਲੈਂਦੇ ਹਾਂ। ਵਿਚ ਪਲਾਨ ਹੈਜ਼ ਬੀਨ ਸਟਾਰਟਡ ਇਨ ਇੰਡੀਆ ਇੰਡੀਆ ਦੇ ਵਿੱਚ ਸਟਾਰਟ ਕੀਤਾ ਗਿਆ ਸੀ ਇਨਹਾਂਸ ਕਰਨ ਲਈ ਐਕਸਪੋਰਟਸ ਆਫ ਐਗਰੀਕਲਚਰ ਪ੍ਰੋਡਕਟ ਐਂਡ ਦੇਅਰ ਕੰਬਾਈਨਡ ਵੈਲਿਊ ਪ੍ਰੋਡਕਟ ਤਾਂ ਉਹ ਕਿਹੜਾ ਸੀ ਜੀ ਵਿਸ਼ੇਸ਼ ਕ੍ਰਿਸ਼ੀ ਐਂਡ ਗ੍ਰਾਮ ਉਦਯੋਗ ਯੋਜਨਾ ਇਜ਼ ਦਾ ਰਾਈਟ ਆਨਸਰ। ਵਿਚ ਇਜ਼ ਪਬਲਿਸ਼ਡ ਬਾਈ ਦਾ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਫਿਨਾਂਸ ਤਾਂ ਉਹ ਹੈ ਜੀ ਇਕਨੋਮਿਕ ਸਰਵੇ। ਮੇਜਰ ਪਾਰਟ ਆਫ ਆਰ ਵਰਕਰਸ ਆਰ ਇੰਪਲੋਇਡ ਆਪਣਾ ਜੋ ਮੇਜਰ ਪਾਰਟ ਹੈ ਵਰਕਰ ਦਾ ਉਹ ਕਿੱਥੇ ਕੰਮ ਕਰਦੇ ਨੇ ਜੀ ਟੈਕਸਟਾਈਲ ਇੰਡਸਟਰੀਜ਼ ਦੇ ਵਿੱਚ। who criticized constant drain of wealth from India to England ਕਿਹਨੇ ਕ੍ਰਿਟੀਸਾਈਜ਼ ਕੀਤਾ ਸੀ ਜੀ ਦਾਦਾ ਬਾਈ ਨਰੋਜੀ ਨੇ ਜੋ ਡਰੇਨ ਵੈਲਥ ਥਿਊਰੀ ਦਿੱਤੀ ਸੀ ਇਹਨਾਂ ਨੇ। ਵਿਚ ਆਫ ਦਾ ਫਲੋਇੰਗ ਸੈਂਟਰਲ ਟੈਕਸ ਜੋ ਟੈਕਸ ਨੇ ਹੈਜ਼ ਬੀਨ ਅਬੋਲਿਸ਼ ਤਾਂ ਉਹ ਸੀ ਜੀ ਆਰਟੀਕਲ ਯੂਜ਼ਿੰਗ ਟੈਕਸ। ਦਾ ਟਰਮ ਕਲੋਜ਼ਡ ਇਕੋਨਮੀ ਦਾ ਕੀ ਅਰਥ ਹੁੰਦਾ ਹੈ ਜੀ ਇਹਦਾ ਅਰਥ ਹੁੰਦਾ ਹੈ ਨੋ ਇਕੋਨਮੀ ਨੋ ਐਕਸਪੋਰਟ ਔਰ ਨੋ ਇੰਪੋਰਟ ਸੋ ਇਜ਼ ਦਾ ਰਾਈਟ ਆਨਸਰ। ਜੋ ਪ੍ਰਾਈਸ ਸਿਸਟਮ ਹੈ ਇਹ ਕੀ ਇਨਸ਼ੋਰ ਕਰਦਾ ਹੈ ਇਹ ਕਰਦਾ ਹੈ ਜੀ ਐਲੋਕੇਸ਼ਨ ਆਫ ਗੁੱਡਸ ਟੂ ਦੋਜ਼ ਹੂ ਕੈਨ ਪੇ ਫॉर ਇਟ ਜਿਹੜੇ ਕਿ ਪੇ ਕਰ ਸਕਦੇ ਹਨ। ਔਨ 22 ਜਨਵਰੀ 2015 ਇੱਕ ਨਵੀਂ ਸਕੀਮ ਲਾਂਚ ਕੀਤੀ ਗਈ ਸੀ ਬਾਏ ਦਾ ਗਵਰਨਮੈਂਟ ਜਿਹਦੇ ਨਾਲ ਹੀ ਜਨਰੇਟ ਕਰਨੀ ਸੀ ਅਵੇਅਰਨੈਸ ਅਤੇ ਇੰਪਰੂਵ ਕਰਨੀ ਸੀ ਐਫੀਸ਼ੀਐਂਸ ਆਫ ਵੈਲਫੇਅਰ ਸਰਵਿਸ ਦੀ ਕਿਹਨਾਂ ਲਈ ਵੀਮੈਨ ਲਈ ਤਾਂ ਉਹ ਸਕੀਮ ਦਾ ਨਾਮ ਕੀ ਸੀ ਤਾਂ ਉਹ ਸਕੀਮ ਦਾ ਨਾਮ ਹੈ ਜੀ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਸੋ ਸੀ ਇਜ਼ ਦਾ ਰਾਈਟ ਆਨਸਰ। ਬਗਲੀ ਹਰ ਹਦਿਆਲ ਪ੍ਰੋਜੈਕਟ ਸੀ ਕਿਹੜੀ ਰਿਵਰ 'ਤੇ ਲਗਾਇਆ ਗਿਆ ਹੈ ਜੀ ਇਹ ਹੈ ਚਨਾਬ 'ਤੇ ਡੀ ਇਜ਼ ਦਾ ਰਾਈਟ ਆਨਸਰ। ਇਨ ਅਕੋਰਡੈਂਸ ਵਿਦ ਦਾ ਪ੍ਰੈਜ਼ੈਂਟ ਡਾਇਰੈਕਟਿਵਸ ਆਫ ਫੋਰਨ ਇੰਟਰਪ੍ਰਨਿਓਰ ਵਿਦਾਊਟ ਪ੍ਰੀਅਰ ਅਪਰੂਵਲ
ਉਹ ਅਕਵਾਇਰ ਕਰ ਸਕਦੇ ਨੇ ਸਟੇਕ ਟੂ ਵਟ ਐਕਸਟੈਂਟ ਇਨ ਸਮੋਲ ਐਂਡ ਮੀਡੀਅਮ ਯੂਨਿਟਸ ਵਿਚ ਆਰ ਮੈਨੂਫੈਕਚਰਿੰਗ ਰਿਜ਼ਰਵ ਟਰਮਸ। ਤਾਂ ਕਿੰਨੇ ਪਰਸੈਂਟ ਕਰ ਸਕਦੇ ਨੇ ਜੀ, ਉਹ ਹੈ 20%। ਵਿਚ ਇਜ਼ ਨੋਟ ਇੰਕਲੂਡਡ ਇਨ ਦ ਲਿਸਟ ਆਫ 6 ਜੋ ਬੇਸਿਕ ਇੰਡਸਟਰੀ ਨੇ। ਕਰੂਡ ਆਇਲ ਜੋ ਹੈ ਉਸ 6 ਇੰਡਸਟਰੀਜ਼ ਦੇ ਵਿੱਚ ਨਹੀਂ ਆਉਂਦਾ ਲਿਸਟ ਦੇ ਵਿੱਚ। ਵਿਚ ਕਮੇਟੀ ਸਜੈਸਟਡ ਰਿਫੋਰਮ ਰਿਗਾਰਡਿੰਗ ਬੈਂਕਿੰਗ ਸਿਸਟਮ। ਬੈਂਕਿੰਗ ਸਿਸਟਮ ਦੇ ਵਿੱਚ ਸੁਧਾਰ ਦੇ ਲਈ ਕਿਹੜੀ ਕਮੇਟੀ ਸੀ ਜਿਸ ਨੇ ਕਿਹਾ ਸੀ, ਸੁਜੈਸ਼ਨਸ ਦਿੱਤੀਆਂ ਸੀ? ਤਾਂ ਉਹ ਸੀ ਜੀ ਨਰਸਿਮਹਾ ਕਮੇਟੀ। ਕਦੋਂ ਬਣੀ ਸੀ? 1991 ਦੇ ਵਿੱਚ। ਇਸ ਦਾ ਫਲੈਗਸ਼ਿਪ ਆਊਟਕਮ ਬੇਸਡ ਸਕਿੱਲ ਟ੍ਰੇਨਿੰਗ ਸਕੀਮ। ਕਿਹੜੀ ਸਕਿੱਲ ਟ੍ਰੇਨਿੰਗ ਸਕੀਮ ਹੈ? ਨਿਊ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਦੀ ਇੰਟਰਪ੍ਰਨਿਓਰਸ਼ਿਪ ਦੀ। ਤਾਂ ਉਹ ਜੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ। ਕਦੋਂ ਸ਼ੁਰੂ ਹੋਈ ਸੀ? 2015 ਦੇ ਵਿੱਚ। ਨੈਕਸਟ ਹੈ ਜੀ ਵਿਚ ਬੈਂਕ ਇਜ਼ ਓਨਡ ਬਾਏ ਦ ਇੰਡੀਅਨ ਗਵਰਨਮੈਂਟ ਨੇ ਕਿਹੜੀ ਬੈਂਕ ਓਨ ਕੀਤੀ ਹੈ? ਉਹ ਹੈ ਜੀ ਪੰਜਾਬ ਐਂਡ ਸਿੰਧ ਬੈਂਕ। ਵਿਚ ਆਫ ਦ ਫਲੋਇੰਗ ਆਰਗੇਨਾਈਜੇਸ਼ਨ ਇਜ਼ ਨੋਟ ਰਿਲੇਟਡ ਵਿਦ ਫਾਈਨੈਂਸ਼ੀਅਲ ਬੈਂਕਿੰਗ ਸੈਕਟਰ। ਇਹਨਾਂ 'ਚੋਂ ਕਿਹੜੀ ਨਹੀਂ ਰਿਲੇਟਡ ਹੈ? ਉਹ ਹੈ ਜੀ ISRO। ਵਨ ਵਿਲੇਜ ਵਨ ਪ੍ਰੋਡਕਟ ਇਹ ਸਕੀਮ ਆ ਇੰਟਰੋਡਿਊਸ ਕੀਤੀ ਗਈ ਆ ਨੌਰਥ ਈਸਟਰਨ ਸਟੇਟ ਦੇ ਵਿੱਚ। ਤਾਂ ਇਹਦੇ ਵਿੱਚ ਕਿਹੜੀ ਹਾਰਟੀਕਲਚਰ ਹੈ ਜਿਸ ਨੂੰ ਮੋਟੀਵੇਟਲ ਕੀਤਾ ਗਿਆ ਹੈ ਸਟਾਰਟਿੰਗ ਪਾਰਟ ਦੇ ਵਿੱਚ? ਤਾਂ ਉਹ ਹੈ ਜੀ ਲੈਮਨ। ਇੰਡੀਆ ਦੀ ਸੈਕਿੰਡ ਜੋ ਹੈ ਇੰਪੋਰਟੈਂਟ ਇੰਡਸਟਰੀ ਕਿਹੜੀ ਹੈ? ਉਹ ਹੈ ਜੀ ਟੈਕਸਟਾਈਲ। ਵਿਚ ਆਫ ਦ ਫੋਲੋਇੰਗ ਇਜ਼ ਇੰਡੀਆਸ ਰੈਂਕ ਇਨ ਹਿਊਮਨ ਡਿਵੈਲਪਮੈਂਟ ਇੰਡੈਕਸ 2019। ਉਸ ਵਿੱਚ ਇੰਡੀਆ ਦਾ ਜੋ ਹੈ ਜੀ ਕਿਹੜਾ ਜੋ ਹੈ ਰੈਂਕ ਬਣਦਾ ਹੈ? ਤਾਂ ਉਹ ਹੈ ਜੀ 132। ਫੀਲਡ ਆਫ ਇਕਨੋਮਿਕਸ ਐਂਡ ਵਿਚ ਡਿਟਰਮਿਨਸ ਇਕਨੋਮਿਕ ਪੋਲਿਸੀਜ਼ ਰਿਗਾਰਡਡ ਦ ਵੈਲ ਬੀਂਗ ਆਫ ਦ ਸੋਸਾਇਟੀ। ਉਹ ਕਿਹੜੀ ਹੈ? ਉਹ ਹੈ ਜੀ ਵੈਲਫੇਅਰ ਇਕਨੋਮਿਕਸ। ਜੋ ਮੈਕਸੀਮਮ ਨੰਬਰ ਆਫ ਵੀਮੈਨ ਨੇ ਉਹ ਕਿੱਥੇ ਇੰਪਲਾਈਡ ਨੇ ਜੀ? IT ਦੇ ਵਿੱਚ। ਨੈਕਸਟ ਹੈ ਜੀ ਡਾਊਨਵਰਡ ਟਰੈਂਡ ਇਨ ਅ ਬਿਜ਼ਨਸ ਸਾਈਕਲ। ਉਹਨੂੰ ਆਪਾਂ ਕੀ ਕਹਿੰਦੇ ਹਾਂ? ਡੀਫਲੇਸ਼ਨ ਕਹਿੰਦੇ ਹਾਂ। ਏ ਇਜ਼ ਦਾ ਰਾਈਟ ਆਨਸਰ। ਬੈਲੈਂਸਡ ਬਜਟ ਕੀ ਹੁੰਦਾ ਹੈ ਜੀ? ਜੋ ਕਰੰਟ ਇਨਕਮ ਦੇ ਕਰੰਟ ਐਕਸਪੈਂਡੀਚਰ ਹੁੰਦਾ ਹੈ। ਦ ਰੇਟ ਆਫ ਇੰਟਰਸਟ ਐਟ ਵਿਚ ਦ ਸੈਂਟਰਲ ਬੈਂਕ ਲੈਂਡਸ ਟੂ ਦ ਬੈਂਕਿੰਗ ਸਿਸਟਮ। ਉਹਨੂੰ ਆਪਾਂ ਕੀ ਕਹਿੰਦੇ ਹਾਂ? ਬੈਂਕ ਰੇਟ। ਰਿਡਕਸ਼ਨ ਹੋਵੇ ਜੋ ਕਮੀ ਹੋਵੇ ਇਨ ਦਾ ਵੈਲਿਊ ਆਫ ਐਸੈਟਸ ਫਰੋਮ ਵੀਅਰ ਐਂਡ ਟੀਅਰ। ਤਾਂ ਉਹਨੂੰ ਆਪਾਂ ਕੀ ਕਵਾਂਗੇ? ਉਹਨੂੰ ਕਿਹਾ ਜਾਂਦਾ ਹੈ ਜੀ ਡੈਪਰੀਸ਼ੀਏਸ਼ਨ। ਰਿਡਕਸ਼ਨ ਹੁੰਦੀ ਹੈ ਰੇਟ ਆਫ ਐਕਸਚੇਂਜ ਦੇ ਵਿੱਚ, ਕਰੰਸੀ ਦੇ ਵਿੱਚ। ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ? ਉਹ ਕਿਹਨੂੰ ਕਹਿੰਦੇ ਹਾਂ ਜੀ? ਡੀਵੈਲੂਏਸ਼ਨ। ਦ ਕੰਟਰੀ ਵਿਚ ਹੈਜ਼ ਨੋਟ ਰੀਚ ਦ ਸਟੇਜ ਆਫ ਇਕਨੋਮਿਕ ਡਿਵੈਲਪਮੈਂਟ। ਤਾਂ ਉਹ ਕੰਟਰੀ ਨੂੰ ਆਪਾਂ ਕੀ ਕਹਿੰਦੇ ਹਾਂ? ਜਿਸ ਦਾ ਜੇ ਵਿਕਾਸ ਹੁੰਦਾ ਹੋਇਆ, ਪੂਰੀ ਡਿਵੈਲਪ ਨਹੀਂ ਹੋਈ, ਤਾਂ ਹੁੰਦੀ ਹੈ ਜੀ ਡਿਵੈਲਪਿੰਗ ਕੰਟਰੀ। ਸੋ ਸੀ ਇਜ਼ ਦਾ ਰਾਈਟ ਆਨਸਰ। ਐਜ਼ ਪਰ ਦ ਏਸ਼ੀਆ ਪੈਸੀਫਿਕ ਵੈਲਥ ਰਿਪੋਰਟ 2015 ਵਿਚ ਆਫ ਦ ਫੋਲੋਇੰਗ ਕੰਟਰੀ ਆਫ ਦ ਏਸ਼ੀਆ ਪੈਸੀਫਿਕ ਰੀਜਨ ਇਜ਼ ਦ ਵੈਲਥੀਐਸਟ। ਤਾਂ ਹੈ ਜੀ ਚਾਈਨਾ। ਦ ਬੋਡੀ ਦੈਟ ਸੈਲਸ ਐਂਡ ਬਾਈ ਸ਼ੇਅਰ ਜਿਹੜੀ ਜਿੱਥੇ ਸ਼ੇਅਰ ਸੈੱਲ ਵੀ ਕੀਤੇ ਜਾਂਦੇ, ਬਾਈ ਕੀਤੇ ਜਾਂਦੇ ਆ, ਤਾਂ ਉਸਨੂੰ ਆਪਾਂ ਕੀ ਕਹਿੰਦੇ ਹਾਂ? ਉਸਨੂੰ ਸਟਾਕ ਐਕਸਚੇਂਜ ਕਿਹਾ ਜਾਂਦਾ ਹੈ। ਕਿਹਨੇ ਡਿਟਰਮਿਨਸ ਕੀਤੀ ਹੈ ਜੀ ਜੋ ਵੈਲਿਊ ਹੈ ਬੈਂਕ ਦੀ ਕਿ ਨੋਟ ਨੇ ਉਹ ਵੀ ਜੋ ਉਹਨੇ ਪ੍ਰਿੰਟਡ ਨੋਟ ਟੂ ਬੀ ਪ੍ਰਿੰਟਡ। ਤਾਂ ਉਹ ਕਿਸ ਨੇ ਕੀਤਾ ਹੈ? ਤਾਂ ਉਹ ਕੀਤਾ ਗਿਆ ਹੈ ਜੀ RBI ਦੁਆਰਾ। ਗਿਲਟ ਐਜਡ ਸਿਕਿਉਰਿਟੀ ਨੂੰ ਕੌਣ ਇਸ਼ੂ ਕਰਦਾ ਹੈ? ਗਵਰਨਮੈਂਟ ਕਰਦੀ ਹੈ, ਸਰਕਾਰ। ਦ ਬੁੱਕ ਵਿੱਚ ਦਾਦਾ ਬਾਈ ਨਰੋਜੀ ਡਿਸਕ੍ਰਾਈਬਡ ਜਿਹੜੀ ਦਾਦਾ ਬਾਈ ਨਰੋਜੀ ਨੇ ਡਿਸਕ੍ਰਾਈਬ ਕੀਤੀ ਹੈ ਉਹ ਕਿਹੜੀ ਸੀ ਜੀ? ਇਕਨੋਮਿਕ ਡਰੇਨ ਆਫ ਇੰਡੀਆ ਦੀ ਗੱਲ ਕੀਤੀ ਹੈ ਉਹਨੇ। ਵਿਚ ਡਜ਼ ਨੋਟ ਬਿਲੋਂਗ ਟੂ ਦ ਕੈਪੀਟਲ ਬਜਟ ਆਫ ਇੰਡੀਅਨ ਗਵਰਨਮੈਂਟ ਦੇ ਵਿੱਚ। ਉਹ ਹੈ ਜੀ ਇੰਟਰਸਟਸ ਐਂਡ ਡਿਵੀਡੈਂਸ ਜੋ ਨੇ ਇਸ ਵਿੱਚ ਨਹੀਂ ਆਉਂਦੇ। ਨੈਕਸਟ ਹੈ ਜੀ ਜੋ ਡਿਫੈਂਸ ਬਜਟ ਦਾ ਹੈ 2030-24 ਦੇ ਅਕੋਰਡਿੰਗ ਉਹ ਹੈ ਜੀ 13.18% ਜੋ ਹੈ ਉਹ ਰੱਖਿਆ ਗਿਆ ਹੈ ਬਜਟ। ਨੈਕਸਟ ਹੈ ਜੀ ਵਿਚ ਆਰਗੇਨਾਈਜੇਸ਼ਨ ਹੈਜ਼ ਬੀਨ ਸੈਟ ਅਪ ਟੂ ਰੈਗੂਲੇਟ ਸਟਾਕ ਮਾਰਕੀਟ ਐਂਡ ਪ੍ਰੋਜੈਕਟ ਇਨਵੈਸਟਰ ਆਫ ਇੰਟਰਸਟ। ਉਹ ਹੈ ਜੀ SEBI ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਵਰਲਡ ਬੈਂਕ ਕਿੱਥੇ ਹੈ ਜੀ? ਵਰਲਡ ਬੈਂਕ ਹੈ ਵਾਸ਼ਿੰਗਟਨ ਦੇ ਵਿੱਚ, DC ਦੇ ਵਿੱਚ। ਕਿਹੜੀ ਬੈਂਕ ਹੈ ਜਿਹੜੀਆਂ ਲੌਂਗ ਟਰਮ ਲੋਨਸ ਦਿੰਦੀ ਹੈ ਫਾਰਮਰਸ ਨੂੰ? ਉਹ ਹੈ ਜੀ NABARDB ਦਾ ਰਾਈਟ ਆਨਸਰ। ਇੰਗਲਿਸ਼ ਨੇ ਫਸਟ ਇਸਟੈਬਲਿਸ਼ਡ ਕੀਤੀ ਸੀ ਫੈਕਟਰੀ 1612 'ਚ ਕਿੱਥੇ ਜੀ? ਸੂਰਤ ਦੇ ਵਿੱਚ। ਨੈਕਸਟ ਹੈ ਜੀ ਵਿਦ ਵਿਚ ਆਰਗੇਨਾਈਜੇਸ਼ਨ ਇੰਡੀਆ ਹੈਜ਼ ਸਾਈਨਡ ਐਨ ਅਗਰੀਮੈਂਟ ਫॉर ਅਸਾਮ ਪਾਵਰ ਸੈਕਟਰ ਇਨਹਾਂਸਮੈਂਟ ਇਨਵੈਸਟਮੈਂਟ ਪ੍ਰੋਗਰਾਮ। ਉਹ ਹੈ ਜੀ ਏਸ਼ੀਅਨ ਡਿਵੈਲਪਮੈਂਟ ਬੈਂਕ। ਨੈਕਸਟ ਹੈ ਜੀ ਐਕਸਾਈਜ਼ ਡਿਊਟੀ ਜੋ ਸਿਗਰਟਸ ਦੇ ਹੈ ਉਹ ਯੂਨੀਅਨ ਬਜਟ 2016-17 ਦੀ ਆਪਾਂ 23-24 ਦੀ ਗੱਲ ਕਰਾਂਗੇ ਤਾਂ ਕਿੰਨੀ ਹੁਣ ਰਹਿ ਗਈ ਹੈ? ਉਹ ਹੈ ਜੀ 16% ਜੋ ਵਧੀ ਹੈ। ਸੈਂਟਰਲ ਗਵਰਨਮੈਂਟ ਕੀ ਕਲੈਕਟ ਨਹੀਂ ਕਰਦਾ? ਐਕਸਾਈਜ਼ ਡਿਊਟੀ ਇਹਨਾਂ ਕੋਲ। ਅਕੋਰਡਿੰਗ ਟੂ OECD ਇੰਡੀਅਨ ਇਕੋਨਮੀ ਵਿਲ ਕੰਟੀਨਿਊ ਟੂ ਸੀ ਰੋਬਸਟ ਗਰੋਥ ਇਨ 2016। ਤਾਂ ਕਿੰਨੀ ਦੇਖੀ ਸੀ ਜੀ? 7.4%।
ਇੰਡੀਅਨ ਇੰਸਟੀਚਿਊਟ ਆ ਜੋ ਫੋਰਨ ਟ੍ਰੇਡ ਦਾ ਉਹ ਕਿੱਥੇ ਹੈ ਜੀ? ਦਿੱਲੀ ਦੇ ਵਿੱਚ। ਡੀ ਇਜ਼ ਦਾ ਰਾਈਟ ਆਨਸਰ। ਸੋ ਇਸ ਦੇ ਨਾਲ ਹੀ ਜੀ ਜੋ ਆਪਣੇ ਇਕੋਨਮੀ ਵਾਲੇ ਇੰਪੋਰਟੈਂਟ ਕੁਐਸਚਨਸ ਹਨ, MCQs ਹਨ, ਉਹ ਸਾਰੇ ਕਵਰ ਹੋ ਗਏ ਹਨ। ਤੁਹਾਨੂੰ ਇਸ ਤੋਂ ਇੱਕ ਪੈਟਰਨ ਦਾ ਪਤਾ ਲੱਗ ਜਾਵੇਗਾ ਕਿ ਕਿਸ ਤਰ੍ਹਾਂ ਦੇ ਕੁਐਸਚਨ ਆਪਾਂ ਨੂੰ ਪੁੱਛਦੇ ਹਨ ਅਤੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ ਅਤੇ ਜੋ ਕਰੰਟ ਅਫੇਅਰਸ ਨੇ ਉਹਨਾਂ ਦਾ ਵੀ ਇੱਕ ਵਾਰੀ ਆਪਣੇ ਮਾਈਂਡ ਦੇ ਵਿੱਚ ਰੱਖ ਲੈਣਾ ਹੈ। ਇੱਕ ਵੀਡੀਓ ਦੇ ਵਿੱਚ ਆਪਾਂ ਉਹ ਵੀ ਕਵਰ ਕਰ ਲਵਾਂਗੇ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਵੱਧ ਤੋਂ ਵੱਧ ਸਟੂਡੈਂਟਸ ਤੱਕ ਆਪਣਾ ਮਟੀਰੀਅਲ ਜ਼ਰੂਰ ਪਹੁੰਚਾ ਦੇਣਾ। ਨੈਕਸਟ ਵੀਡੀਓ ਦੇ ਵਿੱਚ ਆਪਾਂ ਜੋ ਨੈਕਸਟ ਵੀਡੀਓਜ਼ ਆਉਣਗੀਆਂ ਉਹਨਾਂ ਵਿੱਚ ਇੰਗਲਿਸ਼ ਅਤੇ ਪੰਜਾਬੀ ਦੋ ਲੈਂਗੁਏਜ ਵਾਲਾ ਪਾਰਟ ਹੈ ਉਹ ਕਵਰ ਕਰਾਂਗੇ। ਉਹ ਤੁਹਾਨੂੰ ਇੰਗਲਿਸ਼ ਵਾਲਾ ਪਾਰਟ ਸਾਰਾ ਮੈਂ ਪੰਜਾਬੀ ਦੇ ਵਿੱਚ ਈਜ਼ੀ ਵੇ ਦੇ ਨਾਲ ਕਰਵਾ ਦੇਵਾਂਗੀ। ਸੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ। ਥੈਂਕ ਯੂ।